ਤਰੰਨਨ ਆਨਪ ਚੰਨਨ ਗਿਆਨ ਗਤੀ ਹਟ ਆਨਨ ਭਰਾਤ ਕੇ ਜਨਨ ਗਾਵਤ ਵਾਦ ਸਦਾ ਕਵੰਤੀ ਨਰਤੀ ਉਚਰੰਤ ਹਜ਼ਾਰ ਹੀ ਆਨਨ ਤੇ ਤਿਸਤੇ ਕੋ ਦੀਰਘ ਕਾਹਿ ਮਤੀ ਕਰ ਬੇਣਵਤੀ ਸ਼ਿਵ ਦੇਵ ਮਤੀ ਬਿਗਨਾਨ ਮਤੀ ਪਜ ਸਾਰ ਸੁਤੀ ਅਰਜਨ ਸੁਨ ਬਰਜਨ ਕਰੈ ਅਰਜਨ ਬਰਜਨ ਨਾਹੇ ਅਰਜਨ ਸੁਨ ਅਰਜਨ ਕਰੋ ਅਰਜਨ ਬਰਜਨ ਚਾਹੇ ਪਾਪਨ ਭਰਜਨ ਪੁੰਨਨ ਭਰਜਨ ਮਰਜਨ ਤਰਜਨ ਕਰਤ ਜੋ ਅਰਜਨ ਦੁਖਨ ਹਰਜਨ ਸੁਖਨ ਹਰਜਨ ਨਮੋ ਨਮੋ ਕਰ ਗੁਰੂ ਅਰਜਨ ਊਨਨ ਭਰਨਨ ਨਾਹੇ ਬਸਰਜਨ ਨਾਹੇ ਬਸਰਜਨ ਪਾਇਨ ਪਰਜਨ ਦੇਤ ਸੁਬਰਜਨ ਨਮੋ ਨਮੋ ਕਰ ਜਨ ਗੁਰੂ ਅਰਜਨ ਦੀਨਨ ਪਰਜਨ ਬੀਨਨ ਹਰਜਨ ਕੀਨਨ ਕਰਜਨ ਸਹਿਤ ਸੁਪਰਜਨ ਸਿਰ ਪਰ ਹਰਜਨ ਸਰ ਪਰ ਹਰਜਨ ਨਮੋ ਨਮੋ ਸਿੱਧਨ ਦਰਜਨ ਸੇਵਕ ਕਰਜਨ ਨਰਕ ਨਿਕਰਜਨ ਹਰ ਹਰ ਪਰਜਨ ਅਪਰ ਬਿਖਰਜਨ ਨਮੋ ਨਮੋ ਕਰ ਗੁਰੂ ਅਰਜਨ 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 ਪੂਰਨ ਕਰਜਨ ਅਦਭੁਤ ਸਰਜਨ ਹਰ ਹਰ ਕਰਜਨ ਗੰਗ ਕੋ ਅਰਜਨ ਰਾਗ ਕੋ ਅਰਜਨ ਨਮੋ ਨਮੋ ਕਰ ਗੁਰੂ ਅਰਜਨ ਰੂਪ ਅਪਰਜਨ ਰੂਪਨ ਪਰਜਨ ਰੂਪਨ ਪਰਜਨ ਰੂਪਨ ਪਰਜਨ ਦੀਨਨ ਪਰਜਨ ਦੀਨਨ ਦਰਜਨ ਨਮੋ ਨਮੋ ਕਰ ਗੁਰੂ ਅਰਜਨ ਲੋਹਿਤ ਹਰਜਨ ਅਰਜਨ ਕਰਜਨ ਸੁਖ ਸੁ ਅਰਜਨ ਕਰਤ ਸੁ ਹਰਜਨ ਅਰਜਨ ਕਰਜਨ ਸੁਨ ਗੁਰ ਅਰਜਨ ਨਮੋ ਨਮੋ ਕਰ ਗੁਰੂ ਅਰਜਨ ਦਿਲਬਰ ਅਰਜਨ ਸੁਨ ਕਰ ਅਰਜਨ ਯਹੀ ਫਕਰਜਨ ਯਹੀ ਯਕਰਜਨ ਨਮੋ ਨਮੋ ਕਰ ਗੁਰੂ ਅਰਜਨ ਸਰਨਨ ਹਰਜਨ ਸਰਨਨ ਸਰਜਨ ਤਰਨ ਜਨ ਦਰਨ ਪਰਨ ਜਨ ਦਰ ਪਰ ਪਰਜਨ ਨਮੋ ਨਮੋ ਕਰ ਗੁਰੂ ਅਰਜਨ ਪਾਪਨ ਕਰਜਨ ਖਾਪਨ ਹਰਜਨ ਬਾਕਨ ਕਰਜਨ ਪਾਇਨ ਪਰਜਨ ਪਕਰਜਨ ਨਮੋ ਨਮੋ ਕਰ ਗੁਰੂ ਅਰਜਨ ਅਨੰਤ ਗੁਣਾਂ ਦੇ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਰਸਨਾ ਤੋਂ ਅੰਮ੍ਰਿਤ ਰੂਪ ਬਾਣੀ ਦਾ ਉਚਾਰਨ ਉਸ ਵੇਲੇ ਕਰਨ ਲੱਗੇ ਜਦੋਂ ਬਿਰਧ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਆਦਿ ਗੁਰਸਿੱਖਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਹਿੰਦੂ ਲੋਕਾਂ ਨੇ ਗੀਤਾ ਦਾ ਬੜਾ ਮਹਾਤਮ ਵਰਣਨ ਕੀਤਾ ਹੈ ਕਿ ਇਸ ਦੇ ਪਾਠ ਮਾਤਰ ਨਾਲ ਹੀ ਜੀਵ ਦੀ ਕਲਿਆਣ ਹੋ ਜਾਂਦੀ ਹੈ। ਆਪ ਜੀ ਕੋਈ ਸੁਖੱਲੀ ਬਾਣੀ ਦੀ ਰਚਨਾ ਕਰੋ ਜਿਸ ਦੇ ਪਾਠ ਮਾਤਰ ਨਾਲ ਹੀ ਕਲਿਆਣ ਹੋ ਜਾਇਆ ਕਰੇ। ਤਾਂ ਗਰੀਬ ਨਵਾਜ ਪਾਤਸ਼ਾਹ ਰਾਮਸਰ ਸਰੋਵਰ ਦੇ ਕਿਨਾਰੇ ਇੱਕ ਬੇਰੀ ਹੇਠ ਬੈਠ ਕੇ ਆਪਣਾ ਨਿਤਨੇਮ ਪੂਰਾ ਕਰ ਲੈਣ ਦੇ ਬਾਅਦ ਸੰਗਤ ਰੂਪ ਅੰਦਰ ਬਿਰਧ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸ੍ਰੀ ਸੁਖਮਣੀ ਸਾਹਿਬ ਨਾਮ ਦੀ ਪਾਵਨ ਪਵਿੱਤਰ ਬਾਣੀ ਦੀ ਰਚਨਾ ਕਰਨ ਲੱਗੇ ਹਨ। ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾ। ਗੌੜੀ ਰਾਗ ਹੈ ਜਿਸ ਰਾਗ ਅੰਦਰ ਇਸ ਬਾਣੀ ਦਾ ਸਤਿਗੁਰੂ ਜੀ ਗਾਇਨ ਕਰਦੇ ਹਨ। ਸੁਖਮਣੀ ਬਾਣੀ ਦਾ ਨਾਮ ਰੱਖਿਆ ਹੈ ਸਤਿਗੁਰੂ ਜੀ ਨੇ, ਜਿਸ ਦੇ ਅਰਥ ਰਹਾਉ ਵਿੱਚ ਆਉਣਗੇ।
ਬੇਅੰਤ ਗੁਣਾਂ ਦੇ ਸੰਯੁਕਤ ਇਹ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਤਾਲੋਕਾ ਜੋ ਰਚਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ। ਪਹਿਲਾ ਛੋਟਾ ਵਿਸ਼ਰਾਮ ਹੈ ਗੌੜੀ ਤੇ, ਦੂਜਾ ਛੋਟਾ ਵਿਸ਼ਰਾਮ ਹੈ ਸੁਖਮਣੀ ਤੇ, ਗੌੜੀ ਸੁਖਮਣੀ। ਫਿਰ ਮਹੱਲਾ ਪੰਜਵਾ। ਇਹ ਸੁਖਮਣੀ ਨਾਮ ਦੀ ਬਾਣੀ ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਪੰਜਵੇਂ ਮਹੱਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਿੱਚ 24 ਸ਼ਲੋਕ ਅਤੇ 24 ਅਸ਼ਟਪਦੀਆਂ ਹਨ। ਪਹਿਲਾ ਸ਼ਲੋਕ ਆਰੰਭ ਕਰਨ ਤੋਂ ਪਹਿਲੇ ਅਕਾਲ ਪੁਰਖ ਵਾਹਿਗੁਰੂ ਦਾ ਬੀਜ ਰੂਪ ਮੰਗਲਾਚਰਨ ਕਰਦੇ ਹਨ। ਇੱਕ ਓੰਕਾਰ ਇੱਕ ਹੈ ਅਦੁੱਤੀ ਬ੍ਰਹਮ, ਜਿਸ ਵਰਗਾ ਦੂਸਰਾ ਨਹੀਂ ਹੈ। ਨਾ ਪਿੱਛੇ ਹੀ ਹੋਇਆ ਹੈ, ਨਾ ਹੁਣ ਹੀ ਹੈ, ਨਾ ਅੱਗੇ ਨੂੰ ਹੀ ਹੋਵੇਗਾ। ਉਹ ਜੈਸਾ ਹੈ ਵੈਸਾ ਤਿੰਨਾਂ ਕਾਲਾਂ ਵਿੱਚ ਇੱਕੋ ਜਿਹਾ ਬਿਰਾਜਮਾਨ ਹੈ। ਸਤਿਗੁਰ ਪ੍ਰਸਾਦਿ ਜੋ ਸੱਚੇ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਪ੍ਰਾਪਤ ਹੁੰਦਾ ਹੈ, ਮਿਹਰ ਦੁਆਰਾ ਮਿਲਦਾ ਹੈ। ਆਦੇ ਗੁਰ ਏ ਨਮਹਿ। ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਹਿਲੇ ਆਦਿ ਗੁਰੂਆਂ ਦਾ ਮੰਗਲਾਚਰਨ ਕਰਦੇ ਹਨ। ਆਦਿ ਗੁਰ ਏ ਨਮਹਿ। ਆਦਿ ਗੁਰ ਪਹਿਲੇ ਗੁਰੂ, ਆਦਿ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਇਹਦਾ ਅਰਥ ਹੈ ਤਾਈ। ਆਮ ਗੁਟਕਿਆਂ ਵਿੱਚ ਪਾਠ ਅੱਜ ਕੱਲ ਆਦਿ ਗੁਰੇ ਛਪਿਆ ਹੈ ਅਤੇ ਛਪ ਰਿਹਾ ਹੈ। ਇਹ ਪਾਠ ਭਾਈ ਵੀਰ ਸਿੰਘ ਜੀ ਨੇ ਸ਼ੁੱਧ ਮੰਨਿਆ ਹੈ। ਸੰਪਰਦਾਇ ਗਿਆਨੀਆਂ ਦੇ ਮਤ ਅਨੁਸਾਰ ਆਦਿ ਗੁਰ ਇਹ ਨਵੇਂ ਪਾਠ ਹੋਰ ਵੀ ਵਧੇਰੇ ਸ਼ੁੱਧ ਹੈ। ਇਹਦਾ ਅਰਥ ਹੈ ਤਾਈ। ਨਾਲੇ ਨਵੇਂ ਪਾਠ ਕਰਨ ਵਾਲਿਆਂ ਨੂੰ ਉਂਝ ਵੀ ਸੌਖਾ ਪੈਂਦਾ ਹੈ। ਭਾਵ ਪਹਿਲੇ ਗੁਰੂ ਤਾਈ ਧੰਨ ਗੁਰੂ ਨਾਨਕ ਦੇਵ ਜੀ ਤਾਈ ਮੇਰੀ ਨਮਸਕਾਰ ਹੋਵੇ। ਇਹਨਾਂ ਸ਼ਲੋਕਾਂ ਵਿੱਚ 8 ਵਿਭਗਤੀਆਂ ਲਿਖੀਆਂ ਗਈਆਂ ਹਨ। ਜਿਵੇਂ ਵਿਆਕਰਨ ਦੇ ਅੰਦਰ ਰਾਮਾ, ਰਾਮੰ, ਰਾਮੇਣ, ਰਾਮੇਤ, ਰਾਮਾਏ, ਰਾਮਸਿਆ, ਰਾਮਾਸੂ। ਭਾਵ ਹੈ ਰਾਮ ਹੈ, ਰਾਮ ਨੂੰ, ਰਾਮ ਕਰਕੇ, ਰਾਮ ਤਾਈ, ਰਾਮ ਸੇ, ਰਾਮ ਕੀ, ਰਾਮ ਵਿਖੇ। ਹੈ ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਨ। ਤਾਈ ਵਾਸਤੇ ਚਤੁਰਤੀ ਤੇਸੇ ਪੰਚਮ ਮਾਨ। ਤਾਕੀ ਕੋ ਖਸ਼ਤੀ ਹੈ ਵਿਖੇ ਸਪਤਵੀਂ ਜਾਨ। ਇੱਥੇ ਚੌਥੀ ਵਿਭਗਤੀ ਦੇ ਅਨੁਸਾਰ ਇਹ ਪਦ ਜਿਹੜਾ ਹੈ ਉਸ ਦਾ ਅਰਥ ਤਾਈ ਬਣਦਾ ਹੈ। ਆਦਿ ਗੁਰ ਏ ਨਮਹਿ। ਆਦਿ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਦੇ ਤਾਈ ਮੇਰੀ ਨਮਹਿ ਨਮਸਕਾਰ ਹੈ। ਜੋ ਗਾਦੇ ਗੁਰਾ ਏ ਨਮਹਿ। ਯੁਗ ਨਾਮ ਹੈ ਦੋ ਦਾ। ਯੁਗ ਆਦ, ਯੁਗਾਂ ਦਾ ਆਦ, ਜਾਂ ਯੁਗ ਦਾ ਅਰਥ ਹੈ ਦੋ। ਦੋ ਹਨ ਗੁਰੂ। ਦੋ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ। ਇਹਨਾਂ ਦੇ ਦੋ ਗੁਰੂ ਦੇ ਆਦ ਭਾਵ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਹੜੇ ਹਨ ਜੁਗਾਦ ਗੁਰ। ਦੂਸਰੇ ਗੁਰੂ ਧੰਨ ਗੁਰੂ ਅੰਗਦ ਦੇਵ ਜੀ ਤਾਈ ਮੇਰੀ ਨਮਸਕਾਰ ਹੈ। ਸਤਿਗੁਰ ਏ ਨਮਹਿ। ਗੁਰਾਂ ਦੇ ਜੋ ਗੁਰੂ ਹੋਣ ਉਹਨਾਂ ਨੂੰ ਸਤਿਗੁਰੂ ਕਹਿੰਦੇ ਹਨ। ਇਸ ਵਾਸਤੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰੂ ਧੰਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਤਿਨਾਂ ਦੇ ਤਾਈ ਗਰੀਬ ਨਵਾਜ ਪਾਤਸ਼ਾਹ ਨਮਸਕਾਰ ਕਰਦੇ ਹਨ। ਸਤਿਗੁਰ ਏ ਨਮਹਿ।
ਭਾਵ ਧੰਨ ਸ੍ਰੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ ਸਾਡੀ। ਸ੍ਰੀ ਗੁਰਦੇਵਾ ਏ ਨਮః। ਜੋ ਆਪਣੇ ਸੁਆਮੀ ਹੋਣ ਉਹਨਾਂ ਨੂੰ ਗੁਰਦੇਵ ਪਦ ਨਾਲ ਵਰਣਨ ਕਰੀਦਾ ਹੈ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਹਨ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿਖੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨਮਸਕਾਰ ਕਰਦੇ ਹਨ। ਪਹਿਲੇ ਕਿਸੇ ਨਾਲ ਵੀ ਗੁਰ ਸ਼ਬਦ ਸ਼੍ਰੀ ਪਦ ਨਹੀਂ ਲਾਇਆ, ਪਰ ਇੱਥੇ ਸ਼੍ਰੀ ਗੁਰਦੇਵ ਲਿਖਿਆ ਹੈ। ਸ਼੍ਰੀ ਨਾਮ ਮਾਇਆ ਦਾ ਹੈ, ਮਾਇਆ ਦੇ ਮਾਲਕ ਹਨ ਗੁਰੂ ਰਾਮਦਾਸ ਮਹਾਰਾਜ ਜੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਮਾਇਆ 12 ਕੋ ਪਰੇ ਰਹੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 6 ਕੋ ਪਰਾਂ ਰੱਖੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਵਾਜ਼ੇ ਦੇ ਬਾਹਰ ਖੜੀ ਰਹੀ ਹੈ। ਅੰਦਰ ਆਉਣ ਦਾ ਹੁਕਮ ਨਹੀਂ ਸੀ, ਪਰ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਹੋਈ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਚਰਨੀ ਲਾ ਲਿਆ। ਚਮਾਂ ਦਰਵਾਜ਼ਿਆਂ ਵਿੱਚੋਂ ਦੀ 8 ਪੈਰ ਮਾਇਆ ਸਤਿਗੁਰੂ ਜੀ ਦੇ ਚਰਨ ਪਰਸਦੀ ਹੈ। ਇਸ ਵਾਸਤੇ ਸ਼੍ਰੀ ਨਾਮ ਲక్ష్ਮੀ ਦਾ, ਲక్ష్ਮੀ ਦੇ ਪਤੀ ਹਨ ਗੁਰੂ ਰਾਮਦਾਸ ਮਹਾਰਾਜ ਜੀ। ਅਤੇ ਗੁਰਦੇਵ ਸ਼ਬਦ ਪਿੱਛੇ 52 ਅੱਖਰੀ ਵਿੱਚ ਵੀ ਕਈ ਥਾਈਂ ਵਰਤੇ ਆਏ ਹਨ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮੇ ਉਪਦੇਸੇ, ਗੁਰਦੇਵ ਮੰਤ ਨਿਰੁਦਰਾ, ਗੁਰਦੇਵ ਸ਼ਾਂਤ ਸਤਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ। ਜਾਂ ਸੁਖਮਣੀ ਵਿੱਚ ਕਥਨ ਆਇਆ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਗੁਰਦੇਵ ਦੇ ਬੇਅੰਤ ਮੰਗਲਾ ਚਰਨੇ ਆਉਂਦੇ ਹਨ। ਤਤ ਵਿਚਾਰ ਕਹੇ ਜਿਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ, ਆਵਾਗਮਨ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਟਾਏ, ਮਿਟ ਗਏ ਬੈਰ ਭੈ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸੋ ਪ੍ਰਸੰਨ ਭੈ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ। ਬਿਲਾਵਲ ਵਿੱਚ ਸਤਿਗੁਰੂ ਜੀ ਦਾ ਕਥਨ ਹੈ। ਕਹਿਣ ਤੋਂ ਮੁਰਾਦ ਕਿ ਆਪਣੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤਾਈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨਮਸਕਾਰ ਕਰਦੇ ਹਨ। ਅਸ਼ਟਪਦੀ ਜੋ 8 ਪਦਾਂ ਵਾਲੇ ਸ਼ਬਦ ਹੋਣ ਉਸ ਦਾ ਨਾਮ ਅਸ਼ਟਪਦੀ, 8 ਪਦਾਂ ਦਾ ਜੋੜ। ਤੇ ਇੱਕ ਪੌੜੀ ਵਿੱਚ 10 ਤੁਕਾਂ ਆਉਂਦੀਆਂ ਹਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਅੰਦਰ। ਇੱਕ ਅਸ਼ਟਪਦੀ ਵਿੱਚ 8 ਸ਼ਲੋਕ ਲਿਖੇ ਹਨ। ਸਿਮਾਰੇ ਸੋਹ ਪਾਵੋ। ਇਸ ਅੰਮ੍ਰਿਤ ਰੂਪ ਬਾਣੀ ਦੇ ਅੰਦਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਿਮਰਨ ਦੀ ਮਹਿਮਾ ਵਰਣਨ ਕੀਤੀ ਹੈ। ਮੈਂ ਸਿਮਰਨ ਕਰਦਾ ਹਾਂ, ਮਨ ਬਾਣੀ ਸਰੀਰ ਕਰਕੇ ਅਤੇ ਸੁਖ ਪਾਉਂਦਾ। ਹੇ ਜਗਤ ਦੇ ਜੀਵੋ, ਤੁਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਮਨ ਬਾਣੀ ਸਰੀਰ ਕਰਕੇ ਸਿਮਰਨ ਕਰੋ ਅਤੇ ਸदैवी ਸੁਖ ਪਾਵੋ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਸ ਅਕਾਲ ਪੁਰਖ ਦਾ ਸਿਮਰਨ ਕਰਨ ਯੋਗ ਹੈ, ਭਾਵ ਹਰ ਪ੍ਰਾਣੀ ਨੂੰ ਕਰਨਾ ਚਾਹੀਦਾ ਹੈ। ਜਿਸ ਸਿਮਰਨ ਕਰਨ ਨਾਲ ਸदैवी ਸੁਖ ਦੀ ਪ੍ਰਾਪਤੀ ਹੁੰਦੀ ਹੈ। ਕਾਲ ਕਲੇਸ਼ ਤਨ ਮਾਹੇ ਮਿਟਾਵੋ। ਅੱਗੇ ਜਾ ਕੇ ਫਰਮਾਉਣਗੇ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ 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 ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਕਲ ਤਾਤੀ ਠਾਂਡਾ ਗੁਰ ਨਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਸਿਮਰਨ ਦੁਆਰਾ ਹੀ ਸदैवी ਸੁਖਾਂ ਦੀ ਪ੍ਰਾਪਤੀ ਹੈ, ਕਿਉਂਕਿ ਕਲਯੁਗ ਦਾ ਸਮਾਂ ਕਲੇਸ਼ਮਈ ਹੈ।
ਕਲਪਨਾ ਨਾਲ ਭਰਿਆ ਹੋਇਆ, ਰਾਗ, ਦ્વੈਤ, ਅਵਿਦਿਆ, ਅਸਮਤਾ, ਅਵਿਨਿਵੇਸ਼, ਇਹਨਾਂ 5 ਕਲੇਸ਼ਾਂ ਦੇ ਸਹਿਤ ਹਰ ਮਨੁੱਖ ਦਾ ਸਰੀਰ ਰਹਿੰਦਾ ਹੈ। ਸਰੀਰ ਵਿੱਚੋਂ ਇਹਨਾਂ 5 ਕਲੇਸ਼ਾਂ ਦਾ ਨਾਸ਼ ਕਰਨਾ। ਕਲੇਸ਼, ਕਲਯੁਗ ਦੇ ਸਮੇਂ ਜੋ 5 ਤਰ੍ਹਾਂ ਦੇ ਕਲੇਸ਼ ਵਿਆਪ ਰਹੇ ਹਨ, ਇਹਨਾਂ ਨੂੰ ਮਿਟਾਉਣਾ ਕਰੋ। ਸਿਮਰੋ ਜਾਸੋ ਵਿਸੰਭਰ ਏਕਾ। ਫਰਮਾਉਂਦੇ ਹਨ, ਸਿਮਰੋ ਜਾਸ ਬਸੰਭਰ ਏਕੇ। ਇਸ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ, ਜੋ ਵਿਸਵੰਬਰ ਜੀਵਨ ਕੋ ਦਾਤਾ, ਜੋ ਸਾਰੇ ਵਿਸ਼ਵ ਸੰਸਾਰ ਦੇ ਭਰਨ ਵਾਲਾ ਹੈ। ਭਾਵ ਸਾਰੇ ਜਗਤ ਦੀ ਪਾਲਣਾ ਕਰਨ ਵਾਲਾ ਇੱਕੋ ਇੱਕ ਪ੍ਰਭੂ ਹੈ। ਉਸ ਦੇ ਜਾਸ ਜਸ ਨੂੰ ਸਿਮਰਨਾ ਕਰੋ। ਜਿਸ ਦੇ ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਹਨ, ਸਿਮਰੋ ਜਾਸ ਵਿਸੰਭਰ ਏਕਾ। ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ, ਜੋ ਵਿਸ਼ਵ ਵਿੱਚ ਵਿਆਪਕ ਹੈ, ਸਿਮਰਨਾ ਕਰੋ। ਉਸ ਇੱਕ ਦੇ ਜਸ ਨੂੰ ਵਰਣਨ ਕਰੋ, ਕਿਉਂਕਿ ਨਾਮ ਜਪਤ ਆਗਨਤ ਅਨੇਕਾ। ਨਾਮ ਜਪਣ ਵਾਲਿਆਂ ਦੀ ਗਿਣਤੀ ਨਹੀਂ। ਜੇ ਬੰਦਾ ਆਪ ਜਪਣ ਲੱਗ ਪਵੇ ਤੇ ਉਹਨੂੰ ਲੱਖਾਂ ਹੀ ਜਪਣ ਵਾਲੇ ਦਿਸਣ ਲੱਗ ਪੈਂਦੇ ਹਨ। ਜਿਹੜਾ ਆਪ ਕੱਖ ਨਹੀਂ ਕਰਨ ਵਾਲਾ, ਉਹਨੂੰ ਸਾਰੇ ਉਹੋ ਜਿਹੇ ਵਿਹਲੜ ਦਿਸਦੇ ਹਨ ਵੀ ਕੋਈ ਵੀ ਨਾਮ ਨਹੀਂ ਜਪਦਾ। ਇੱਕ ਸੰਤ ਨੂੰ ਸਾਰੇ ਸੰਤ ਹੀ ਵਿਖਾਈ ਦਿੰਦੇ ਹਨ। ਇੱਕ ਦੁਰਾਚਾਰੀ ਨੂੰ ਸਾਰਾ ਜਗਤ ਹੀ ਦੁਰਾਚਾਰੀ ਵਿਖਾਈ ਦਿੰਦਾ ਹੈ। ਇਸ ਪ੍ਰਕਾਰ ਨਾਲ ਜਿਨ੍ਹਾਂ ਨੇ ਸਿਮਰਨ ਨਾਲ ਸੁਰਤੀ ਨੂੰ ਜੋੜਿਆ, ਉਹਨਾਂ ਨੂੰ ਪਤਾ ਲੱਗਾ ਕਿ ਮੈਂ ਇਕੱਲਾ ਹੀ ਨਹੀਂ ਨਾਮ ਜਪ ਰਿਹਾ, ਇੱਥੇ ਅਗੰਤ ਸ੍ਰਿਸ਼ਟੀ ਦੇ ਜੀਵ ਪ੍ਰਭੂ ਦੀ ਬੰਦਗੀ ਕਰ ਰਹੇ ਹਨ। ਨਾਮ ਜਪਤ ਆਗਨਤ ਅਨੇਕਾ। ਗਿਣਤੀ ਨਹੀਂ ਆ ਸਕਦੀ ਉਹਨਾਂ ਦੀ। ਕਿੰਨੇ ਕੁ ਹਨ? ਅਣਗਿਣਤ, ਗਿਣਤੀ ਤੋਂ ਰਹਿਤ ਹਨ। ਅਨੇਕਾਂ ਹੀ ਨਾਮ ਜਪਤ, ਨਾਮ ਜਪ ਰਹੇ ਹਨ। ਜਿਹੜਾ ਵਾਹਿਗੁਰੂ ਸਾਰੇ ਜਗਤ ਨੂੰ ਬਣਾਉਣ ਵਾਲਾ, ਪਾਲਣ ਵਾਲਾ, ਸਮੇਟਣ ਵਾਲਾ ਹੈ, ਉਸ ਅਣਗਿਣਤ ਪ੍ਰਮਾਤਮਾ ਦੇ ਨਾਮ ਨੂੰ ਜਪਣ ਵਾਲੇ ਵੀ ਅਨੇਕਾਂ ਜੀਵ ਹਨ। ਵੇਦ ਪੁਰਾਨ ਸਿਮਰਤ ਸੁਦਾ ਅੱਖਰ। 4 ਵੇਦ ਹਨ, 18 ਪੁਰਾਣ ਹਨ, 27 ਸਿਮਰਤੀਆਂ ਹਨ, ਜੋ ਉਸ ਅਕਾਲ ਪੁਰਖ ਦੇ ਇੱਕ ਸ਼ੁੱਧ ਅੱਖਰ ਨੂੰ ਜਪਦੀਆਂ ਹਨ। ਸ਼ੁੱਧ ਅੱਖਰ ਦਾ ਅਰਥ ਹੈ ਸ਼ੁੱਧ ਅੱਖਰ। ਵੇਦ ਪੁਰਾਣ, 4 ਵੇਦ, 18 ਪੁਰਾਣ, 27 ਸਿਮਰਤੀਆਂ। ਜਿਸ ਦੇ ਇੱਕ ਅੱਖਰ ਦੀ ਵਿਚਾਰ ਵਿੱਚ ਹੀ ਇੰਨਾ ਵੱਡਾ ਗਿਆਨ ਭਰਿਆ ਪਿਆ ਹੈ। ਕੀਨੇ ਰਾਮ ਨਾਮ ਇੱਕ ਅੱਖਰ। ਇਹਨਾਂ ਨੇ ਗਿਆਨ ਨੂੰ ਰਿੜਕ ਰਿੜਕ ਕੇ ਉਸ ਦਾ ਤੱਤ ਜਿਹੜਾ ਹੈ ਉਹ ਸਿਰਫ ਇੱਕ ਅੱਖਰ ਹੀ ਕੱਢਿਆ ਹੈ। ਉਹ ਖਰਨ ਤੋਂ ਰਹਿਤ ਜਿਹੜਾ ਪ੍ਰਭੂ ਹੈ, ਉਸ ਨੂੰ ਨਿਸ਼ਚੈ ਕਰਨਾ। ਕਿਨਕਾ ਏਕਾ ਜਿਸੋ ਜੀਆ ਬਸਾਵਾ। ਉਸ ਨਾਮ ਦੇ ਸਮੂਹ ਵਿੱਚੋਂ ਇੱਕ ਕਿਣਕਾ ਮਾਤਰ ਨਾਮ ਜਿਸ ਪ੍ਰਾਣੀ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਜਿਸ ਜੀਵ ਦੇ ਜੀ ਅੰਦਰ ਪਰਮਾਤਮਾ ਦਾ ਨਾਮ ਕਿਣਕਾ ਮਾਤਰ ਵੀ ਵਸ ਜਾਵੇ। ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਕਲਗੀਧਰ ਪਾਤਸ਼ਾਹ ਜੀ ਦਾ ਅਮਰ ਕਥਨ ਹੈ ਕਿ ਉਸ ਅਵਸਥਾ ਵਿੱਚ ਅੱਪੜ ਕੇ ਜੋ ਇੱਕ ਕਿਣਕਾ ਮਾਤਰ ਵੀ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾ ਲੈਂਦਾ ਹੈ, ਤਾਂ ਕੀ ਮਹਿਮਾ ਗਣੀ ਨਾ ਆਵਾ। ਉਸ ਪ੍ਰਾਣੀ ਦੀ ਮਹਿਮਾ ਦਾ ਅੰਤ ਨਹੀਂ ਆ ਸਕਦਾ। ਉਸ ਪ੍ਰਾਣੀ ਦੀ ਮਹਿਮਾ ਦੀ ਗਿਣਤੀ ਨਹੀਂ ਹੋ ਸਕਦੀ। ਉਸ ਦਾ ਕੌਣ ਅੰਤ ਪਾ ਸਕਦਾ ਹੈ ਤਾਂ ਕਿ ਮਹਿਮਾ ਗਣੀ ਨਾ ਆਵੇ।
ਜੇ ਕੋਈ ਗਿਣਤੀ ਲਾਉਣੀ ਵੀ ਚਾਹਵੇ ਤੇ ਅੰਦਾਜ਼ਾ ਨਹੀਂ ਲਾ ਸਕੇਗਾ। ਕਾਂਖੀ ਏਕਾ ਦਰਸ ਤੁਹਾਰੋ। ਅੱਛਾ, ਜਿਹੜੇ ਬੰਦੇ ਦੇ ਅਜੇ ਹਿਰਦੇ ਵਿੱਚ ਤੇ ਨਾਮ ਨਹੀਂ ਵਸਿਆ, ਪਰ ਚਾਹਨਾ ਬੜੀ ਹੈ, ਇੱਛਾ ਬੜੀ ਪ੍ਰਬਲ ਹੈ ਕਿ ਕਿਵੇਂ ਪ੍ਰਮਾਤਮਾ ਮੈਨੂੰ ਮਿਲ ਪਵੇ। ਕਾਂਖੀ ਨਾਮ ਕਹਿੰਦੇ ਹਨ ਇੱਛਾ ਨੂੰ। ਜਿਸ ਦੇ ਮਨ ਵਿੱਚ ਕਾਂਖਿਆ ਹੈ, ਇੱਛਾ ਹੈ, ਚਾਹਨਾ ਹੈ ਕਿ ਮੈਨੂੰ ਛੇਤੀ ਵਾਹਿਗੁਰੂ ਮਿਲ ਜਾਵੇ, ਮੈਂ ਅੱਠੇ ਪੈਰ ਪ੍ਰਮਾਤਮਾ ਦਾ ਨਾਮ ਜਪਿਆ ਕਰਾਂ। ਜਿਹੜਾ ਬੰਦਾ ਇਹ ਸੰਕਲਪ ਉਠਾਉਂਦਾ ਰਹਿੰਦਾ ਹੈ ਸਾਰਾ ਦਿਨ ਕਿ ਕੋਈ ਵੀ ਐਸਾ ਸਮਾਂ ਨਾ ਹੋਵੇ ਜਦੋਂ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਨੂੰ ਤਿਆਗ ਦੇਵਾਂ। ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਦੇ ਅੰਦਰ ਐਸੀ ਇੱਛਾ ਬਣੀ ਹੈ, ਕਾਂਖੀ ਏਕੈ ਦਰਸ ਤੁਹਾਰੋ, ਕੇਵਲ ਇੱਕ ਪ੍ਰਭੂ ਦੇ ਦਰਸ਼ਨਾਂ ਦੀ ਇੱਛਾ ਹੀ ਉਹਨਾਂ ਦੇ ਮਨ ਵਿੱਚ ਬਾਕੀ ਰਹਿ ਗਈ ਹੈ, ਜਾਂ ਜਿਨ੍ਹਾਂ ਨੇ ਸਿਮਰਨ ਭਜਨ ਕਰ ਕਰਕੇ ਹੁਣ ਹੋਰ ਸਭੋ ਕੁਝ ਤਿਆਗ ਦਿੱਤਾ ਹੈ, ਕੇਵਲ ਪ੍ਰਭੂ ਪ੍ਰੈਣ ਹੋਏ ਹਨ, ਉਸ ਦੇ ਦਰਸ਼ਨਾਂ ਦੇ ਅਵਲਾਖੀ ਹਨ। ਨਾਨਕ ਉਨ ਸੰਗੇ ਮੋਹਿ ਉਧਾਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਜੋਤ ਵਰਣਨ ਕਰਦੇ ਹਨ ਕਿ ਹੇ ਨਿਰੰਕਾਰ ਗੁਰੂ ਨਾਨਕ ਦੇਵ ਜੀ, ਮੇਰੇ ਤੇ ਰਹਿਮਤ ਕਰੋ। ਉਹਨਾਂ ਨਾਮ ਦੀ ਇੱਛਾ ਵਾਲੇ ਲੋਕਾਂ ਦੇ ਪੈਰਾਂ ਪਿੱਛੇ ਮੇਰਾ ਵੀ ਭਲਾ ਕਰ ਦਿਓ। ਇੰਨੀ ਵੱਡੀ ਨਿਮਰਤਾ ਸਾਨੂੰ ਸਮਝਾਉਣ ਵਾਸਤੇ ਵਰਣਨ ਕਰ ਰਹੇ ਹਨ ਕਿ ਹੇ ਜੀਵ, ਤੂੰ ਵੀ ਇਸ ਪ੍ਰਕਾਰ ਨਾਲ ਉਸ ਨਿਰੰਕਾਰ ਦੇ ਨਾਮ ਜਪਣ ਵਾਲੇ ਗੁਰਮੁਖ ਸੱਜਣਾ ਨਾਲ ਪ੍ਰੀਤੀ ਕਰ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਫਰਮਾਉਂਦੇ ਹਨ ਕਿ ਪ੍ਰਭੂ ਪਰਮੇਸ਼ਰ ਜਿਹੜਾ ਹੈ ਉਹ ਸਮਗਰ ਜਗਤ ਜੀਵਾਂ ਨੂੰ ਸदैवी ਸੁਖ ਪ੍ਰਦਾਨ ਕਰਨ ਵਾਲਾ ਹੈ। ਤੂੰ ਉਸ ਦੀ ਚਰਨ ਸ਼ਰਨ ਵਿੱਚ ਆ ਜਾ। ਰਹਾਉ ਦੀ ਤੁਕ ਹੈ ਅਸਥਾਈ ਟੇਕ, ਜਿਸ ਤੁਕ ਦੇ ਦੁਆਲੇ ਸਾਰੀ ਬਾਣੀ ਘੁੰਮਦੀ ਹੈ, ਇਹ ਰਹਾਉ ਧੁਰੇ ਵਾਂਗੂ ਹੈ। ਇਸ ਰਹਾਉ ਦਾ ਪਾਠ ਵਾਰ-ਵਾਰ ਕਰਕੇ ਗੁਰਮੁਖ ਜਨਾਂ ਨੇ ਨਾਮ ਨਾਲ ਜੁੜਨਾ ਪਾਇਆ ਹੈ। ਜਿਹੜੇ ਲੋਕ ਸੰਪਟ ਲਾ ਕੇ ਸੁਖਮਣੀ ਦਾ ਪਾਠ ਕਰਦੇ ਹਨ, ਉਹ ਹਰ ਅਸ਼ਟਪਦੀ ਦੇ ਬਾਅਦ ਇਹ ਸ਼ਲੋਕ ਪੜ੍ਹਦੇ ਹਨ, ਜਾਂ ਇੱਕ ਇੱਕ ਪੌੜੀ ਦੇ ਬਾਅਦ ਇਸ ਸ਼ਲੋਕ ਦਾ ਪਾਠ ਕਰਕੇ ਫਿਰ ਪਾਠ ਕਰਦੇ ਹਨ। ਜਾਂ ਸਮੁੱਚਾ ਹੀ ਜਿਨ੍ਹਾਂ ਨੇ ਆਪਣਾ ਨਿਤਨੇਮ ਬਣਾਇਆ ਹੋਇਆ ਹਰ ਰੋਜ਼ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਾ, ਉਹ ਇਸ ਸ਼ਲੋਕ ਤੇ ਆ ਕੇ, ਇਸ ਰਹਾਉ ਤੇ ਆ ਕੇ ਠਹਿਰ ਜਾਂਦੇ ਹਨ ਤੇ ਵਿਚਾਰਦੇ ਹਨ ਇਸ ਬਾਣੀ ਨੂੰ। ਭਗਤ ਜਨਾ ਕੈ ਮਨ ਬਿਸਰਾਮ। ਜਿਹੜੇ ਭਗਤ ਹਨ ਪਰਮੇਸ਼ਰ ਵਾਹਿਗੁਰੂ ਦੇ, ਉਹਨਾਂ ਦੇ ਹਿਰਦੇ ਵਿੱਚ ਇਸ ਦਾ ਬਿਸਰਾਮ ਹੈ। ਫਿਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਇਹ ਸੁਖਮਣੀ ਨਾਮ ਦੀ ਬਾਣੀ ਸੁਖ ਦੇ ਦੇਣ ਵਾਲੀ ਹੈ। ਪ੍ਰਭੂ ਜਿਹੜਾ ਹੈ ਸੁਖਦਾਇਕ ਹੈ। ਕਿਵੇਂ ਸੁਖਦਾਇਕ ਹੈ? ਉਹ ਸਾਰਿਆਂ ਨੂੰ ਜੇ ਸੁਖ ਦਿੰਦਾ ਹੋਵੇ ਤੇ ਇੰਨੇ ਲੋਕ ਦੁਖੀ ਕਿਉਂ ਹੋਣ? ਸਤਿਗੁਰੂ ਜੀ ਦੱਸਦੇ ਹਨ ਕਿ ਜੀਵ ਭਾਵੇਂ ਜਗਤ ਵਿੱਚ ਦੁਖੀ ਹਨ, ਪਰ ਜੇ ਉਹਨਾਂ ਦੁਖੀਆਂ ਬੰਦਿਆਂ ਵਿੱਚੋਂ ਕੋਈ ਪ੍ਰਮਾਤਮਾ ਦਾ ਨਾਮ ਜਪੇ ਤਾਂ ਸੁਖੀ ਹੋ ਜਾਂਦੇ ਹਨ। ਨਾਮ ਨੂੰ ਜਪ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਸ ਵਾਸਤੇ ਇਹ ਬਾਣੀ ਪ੍ਰਭੂ ਦੇ ਨਾਮ ਮਾਤਰ ਦੀ ਕੁੰਜੀ ਹੈ। ਪ੍ਰਭੂ ਦਾ ਸੁਖਦਾਇਕ ਨਾਮ ਹੈ ਇਸ ਵਿੱਚ, ਜਿਸ ਨਾਮ ਦੀ ਪ੍ਰੋੜਤਾ ਹੈ। ਇਸ ਵਾਸਤੇ ਇਹ ਹੈ ਸੁਖਮਨੀ, ਭਾਵ ਸੁਖਦਾਇਕ ਨਾਮ ਦੀ ਪ੍ਰੋੜਤਾ ਕਰ ਦੇਣ ਵਾਲੀ ਬਾਣੀ। ਜਾਂ ਸੁਖਮਣੀ ਸ਼ਬਦ ਦਾ ਅਰਥ ਇਦਾਂ ਕਰੋ, ਮਣੀ ਸੁਖਾਂ ਦੀ ਮਣੀ ਹੈ, ਸੁਖਦੇਵ ਮਣੀ ਹੈ, ਮਨ ਨੂੰ ਸੁਖ ਦੇਣ ਵਾਲੀ ਹੈ। ਜਿਵੇਂ ਸੱਪ ਮਣੀ ਵਾਲਾ ਹੁੰਦਾ ਹੈ, ਉਸ ਮਣੀ ਉੱਤੇ ਉਸ ਦਾ ਖਾਜਾ ਆ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ।
ਜਿਹੜੇ ਲੋਕ ਇਸ ਨੂੰ ਕਲਪ ਬਿਰਸ਼ ਦੀ ਤਰ੍ਹਾਂ ਜਾਂ ਕਾਮਧੇਨ ਗਊ ਦੀ ਤਰ੍ਹਾਂ ਜਾਣ ਕੇ ਪੂਜਦੇ, ਸੇਵਦੇ, ਜਪਦੇ ਹਨ, ਉਹਨਾਂ ਨੂੰ ਦੁਨੀਆ ਦੇ ਸਾਰੇ ਪਦਾਰਥਾਂ ਦੇ ਦੇਣ ਵਾਲੀ ਹੈ। ਪਰ ਜਿਨ੍ਹਾਂ ਨੇ ਇਸ ਨੂੰ ਕਲਿਆਣਕਾਰੀ ਮੰਨਿਆ, ਉਹਨਾਂ ਦੀ ਕਲਿਆਣ ਵੀ ਕਰਦੀ ਹੈ। ਸੁਖਾਂ ਨੂੰ ਮਣੀ ਦੀ ਤਰ੍ਹਾਂ ਪ੍ਰਕਾਸ਼ ਕਰਨ ਵਾਲੀ ਹੈ। ਜਾਂ ਮਣੀ ਨਾਮ ਪ੍ਰਸ਼ਤੀ ਦਾ ਆਉਂਦਾ ਹੈ। ਜਿਵੇਂ ਘਰ ਅੰਦਰ ਜਿਹੜੀ ਕੋਈ ਵਧੀਆ ਚੀਜ਼ ਹੋਵੇ, ਸਾਹਮਣੇ ਸਜਾਵਟ ਵਾਸਤੇ ਰੱਖੀ ਜਾਂਦੀ ਹੈ, ਇਸੇ ਪ੍ਰਕਾਰ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਭਗਤੀ ਦਾ ਮਹਿਲ ਉਸਾਰਦਿਆਂ ਬਾਣੀ ਦਾ ਜਿਹੜੀ ਪ੍ਰਸ਼ਤੀ ਬਣਾਈ, ਉਹਦੇ ਉੱਤੇ ਇਹ ਸੁਖਮਣੀ ਨਾਮ ਦੀ ਬਾਣੀ ਟਿਕਾਈ ਹੈ। ਭਾਵ ਸੁਖਦਾਇਕ ਚੀਜ਼ਾਂ ਨੂੰ ਟਿਕਾਈ ਰੱਖਣ ਵਾਲੀ ਇਹ ਬਾਣੀ ਹੈ। ਜਾਂ ਮਨੀ ਨਾਮ ਮੰਨੀ ਦਾ ਆਇਆ। ਮੰਨੀ ਰੋਟੀ ਨੂੰ ਕਹਿੰਦੇ, ਰੋਟੀ ਦੀ ਤਰ੍ਹਾਂ ਸਵਾਦਿਸ਼ਟ ਹੈ। ਮਨੀ ਮੰਨਣ ਕਰਨ ਵਾਲਿਆਂ ਨੂੰ ਸੁਖ ਦੇ ਦੇਣ ਵਾਲੀ ਹੈ। ਜਿਹੜੇ ਲੋਕ ਇਸ ਬਾਣੀ ਦਾ ਮੰਨਣ ਕਰਦੇ ਹਨ, ਉਹਨਾਂ ਨੂੰ ਸदैवी ਸੁਖ ਦੇ ਦੇਣ ਵਾਲੀ ਹੈ। ਰੋਟੀ ਦੇ ਵਿੱਚ ਘਿਓ, ਮੈਦਾ ਤੇ ਖੰਡ ਪਾਈ ਜਾਂਦੀ ਹੈ। ਇਸੇ ਪ੍ਰਕਾਰ ਗਿਆਨ ਰੂਪੀ ਮੈਦਾ ਹੈ, ਭਗਤੀ ਰੂਪੀ ਖੰਡ ਹੈ, ਪ੍ਰੇਮ ਰੂਪੀ ਘਿਓ ਇਸ ਬਾਣੀ ਵਿੱਚ ਹੈ। ਜੋ ਜੀਵ ਸ਼ਰਧਾ ਭਾਵਨਾ ਧਾਰ ਕੇ ਇਸ ਦਾ ਸੇਵਨ ਕਰਦੇ ਹਨ, ਉਹਨਾਂ ਨੂੰ ਸदैवी ਸੁਖਦਾਇਕ ਹੈ। ਜਿਵੇਂ ਮਣੀਆਂ ਡੱਬੇ ਵਿੱਚ ਪਾ ਕੇ ਰੱਖੀਆਂ ਜਾਂਦੀਆਂ ਹਨ, ਤਿਵੇਂ ਸਤਿਗੁਰੂ ਜੀ ਨੇ ਇਸ ਬਾਣੀ ਨੂੰ ਸ਼ਲੋਕਾਂ ਰੂਪੀ ਸੰਪਟਾਂ ਦੇ ਵਿੱਚ ਸਾਂਭ ਕੇ ਰੱਖਿਆ ਹੈ। ਸੋ ਬੇਅੰਤ ਗੁਣਾਂ ਦੇ ਦੇਣ ਵਾਲੀ, ਬੇਅੰਤ ਬਰਕਤਾਂ ਦੀ ਮਾਲਕ ਇਹ ਬਾਣੀ, ਜਿਸ ਦਾ ਨਾਮ ਸੁਖਮਣੀ ਹੈ। ਜੇ ਸਾਰੀ ਬਾਣੀ ਕਿਸੇ ਨੂੰ ਯਾਦ ਨਾ ਹੋਵੇ ਤਾਂ ਇੱਕ ਤੁਕ ਤਾਂ ਹਰ ਪ੍ਰਾਣੀ ਮਾਤਰ ਨੂੰ ਯਾਦ ਕਰ ਲੈਣੀ ਚਾਹੀਦੀ ਹੈ, ਜੋ ਇਹ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾ ਮਨ ਬਿਸਰਾਮ ਰਹਾਉ। ਇਹ ਰਹਾਉ ਦੀ ਤੁਕ ਹੈ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਣੀ ਨਾਮ ਦੀ ਬਾਣੀ ਸੁਖ ਦੇਣ ਵਾਲੀ ਹੈ। ਸੁਖ ਅੰਮ੍ਰਿਤ ਰੂਪ ਮਿਲਦਾ ਹੈ। ਉਹ ਅੰਮ੍ਰਿਤ ਰੂਪ ਸੁਖ ਹੈ ਨਾਮ। ਨਾਮ ਨੂੰ ਜਪਣ ਦੀ ਪ੍ਰੋੜਤਾ ਕਰਦੀ ਹੈ। ਸੁਖਮਣੀ ਸਾਹਿਬ ਦੇ ਪਾਠੀ ਨੂੰ ਅਕਾਲ ਪੁਰਖ ਦਾ ਸਿਮਰਨ ਕਰਨਾ ਚਾਹੀਦਾ ਹੈ। ਕਿਉਂ? ਸਿਮਰਨ ਕਰਨ ਵਾਸਤੇ ਇਹ ਬਾਣੀ ਵਾਰ-ਵਾਰ ਪ੍ਰੇਰਨਾ ਦਿੰਦੀ ਹੈ। ਜਿਹੜੇ ਸਿਮਰਨ ਕਰਦੇ ਹਨ, ਉਹਨਾਂ ਦੇ ਮਨ ਅੰਦਰ ਹੀ ਇਸ ਬਾਣੀ ਦਾ ਸदैवी ਨਿਵਾਸ ਹੁੰਦਾ ਹੈ। ਰਹਾਉ ਦਾ ਅਰਥ ਹੈ ਵਿਸ਼ਰਾਮ, ਟਿਕਾ, ਠਹਿਰਾਓ। ਇਸ ਤੋਂ ਅੱਗੇ ਫਿਰ ਪਹਿਲੀ ਲੜੀ ਨੂੰ ਸ਼ੁਰੂ ਕਰਦੇ ਹਨ। ਪ੍ਰਭ ਕਾ ਸਿਮਰਨ ਗਰਭ ਨਾ ਬਖਾ। ਇਸ ਅੰਮ੍ਰਿਤ ਰੂਪ ਬਾਣੀ ਦੇ ਅੰਦਰ ਪ੍ਰਭੂ ਦੇ ਸਿਮਰਨ ਦੀ ਵਿਆਖਿਆ ਕੀਤੀ ਗਈ ਹੈ। ਪ੍ਰਭੂ ਦਾ ਸਿਮਰਨ ਜੋ ਹੈ, ਉਸ ਦੀ ਮਹਿਮਾ ਦੱਸਦੇ ਹਨ। ਜਾਪਦਾ ਹੈ ਕਿਸੇ ਪ੍ਰੇਮੀ ਨੇ ਪੁੱਛਿਆ ਹੋਵੇ, ਮਹਾਰਾਜ ਸਿਮਰਨ ਦੀ ਐਸੀ ਮਹਿਮਾ ਹੈ, ਉਸ ਦਾ ਥੋੜਾ ਮਹਾਤਮ ਵਰਣਨ ਕਰੋ। ਤਾਂ ਗੁਰਦੇਵ ਮਹਾਰਾਜ ਜੀ ਕਥਨ ਕਰਨ ਲੱਗੇ ਹਨ। ਪ੍ਰਭ ਕਾ ਸਿਮਰਨ ਗਰਭ ਨਾ ਬਸਾ। ਜਿਹੜਾ ਪ੍ਰਾਣੀ ਨਿਰੰਤਰ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ, ਜਿਹੜਾ ਸਿੱਖ ਹਰ ਰੋਜ਼ ਨਿਤਨੇਮ ਨਾਲ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰਦਾ ਹੈ, ਉਹ ਪ੍ਰਾਣੀ ਮਾਤਾ ਦੇ ਗਰਭ ਵਿੱਚ ਨਹੀਂ ਵਸਦਾ, ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਪ੍ਰਭ ਕਾ ਸਿਮਰਨ ਦੁਖ ਜਾਮ ਨਸਾ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਦੁੱਖ, ਜਮ ਦੂਤ ਨਸ ਜਾਂਦੇ ਹਨ। ਭਾਵ ਜਿਹੜਾ ਬੰਦਾ ਦੁਖੀ ਰਹਿੰਦਾ ਹੋਵੇ, ਜੇ ਉਹ ਸਿਮਰਨ ਕਰਨ ਲੱਗ ਪਵੇ ਜਾਂ ਇਸ ਬਾਣੀ ਦਾ ਨਿਤਨੇਮ ਨਾਲ ਪਾਠ ਕਰਨ ਲੱਗ ਪਵੇ, ਤਾਂ ਉਸ ਦੇ ਦੁੱਖ ਦੂਰ ਨਸ ਜਾਂਦੇ ਹਨ। ਜਮ ਵੀ ਉਹਦੇ ਕੋਲ ਨਹੀਂ ਆਉਂਦੇ, ਡਰ ਦੇ ਮਾਰੇ ਭੱਜ ਜਾਂਦੇ ਹਨ। ਪ੍ਰਭ ਕਾ ਸਿਮਰਨ ਕਾਲ ਪਰ
ਹਰਾ ਜਿਹੜਾ ਬੰਦਾ ਮੌਤ ਤੋਂ ਡਰਦਾ ਮਾਰਾ ਭੱਜਾ ਫਿਰਦਾ ਹੋਵੇ, ਲੁਕਣ ਵਾਸਤੇ ਕੋਈ ਥਾਂ ਨਾ ਮਿਲਦੀ ਹੋਵੇ, ਉਹਨੂੰ ਲੁਕਣ ਵਾਸਤੇ, ਸਿਰ ਲੁਕਾਉਣ ਵਾਸਤੇ ਪ੍ਰਭੂ ਦਾ ਸਿਮਰਨ ਅਤੇ ਇਹ ਸੁਖਦਾਇਕ ਬਾਣੀ ਹੈ, ਜਿਸ ਦਾ ਸਿਮਰਨ ਕਰਨ ਨਾਲ ਕਾਲ ਪਰ ਹਰੇ, ਕਾਲ ਵੀ ਦੂਰ ਹਟ ਜਾਂਦਾ ਹੈ, ਮੌਤ ਪਰੇ ਹਟ ਜਾਂਦੀ ਹੈ। ਜੇ ਅੱਜ ਮਰਨਾ ਤੇ ਜੀ ਕੀਤਾ ਤੇ ਅਜੇ ਹੋਰ ਮਹੀਨੇ ਨੂੰ ਮਰਨਾ ਹੈ। ਪ੍ਰਭ ਕਾ ਸਿਮਰਨ ਦੁਸ਼ਮਨ ਟਰਾ। ਜਿਸ ਮਨੁੱਖ ਦੇ ਬਹੁਤੇ ਦੁਸ਼ਮਣ ਹੋਣ, ਇਸ ਬਾਣੀ ਦਾ ਸਿਮਰਨ ਕਰਨ ਨਾਲ ਉਹਦੇ ਸਾਰੇ ਦੁਸ਼ਮਣ ਟਲ ਜਾਂਦੇ ਹਨ, ਭਾਵ ਉਹਦੇ ਸਿਰ ਤੋਂ ਲੰਬੇ ਹੋ ਜਾਂਦੇ ਹਨ, ਉਸ ਦਾ ਕੁਝ ਵਿਗਾੜ ਨਹੀਂ ਸਕਦੇ। ਐਸੀ ਹੈ ਪ੍ਰਭੂ ਦੇ ਸਿਮਰਨ ਦੀ ਬਰਕਤ। ਪ੍ਰਭ ਸਿਮਰਤ ਕਾਸ਼ ਬਿਗਾਨ ਨਾ ਲਾਗਾ। ਪ੍ਰਭੂ ਦਾ ਸਿਮਰਨ ਕਰਨ ਨਾਲ ਕੋਈ ਵਿਘਨ ਨਹੀਂ ਲੱਗਦਾ, ਨਾਨਾ ਪ੍ਰਕਾਰ ਦੇ ਵਿਘਨ ਕਲੇਸ਼ ਨਾਸ ਹੋ ਜਾਂਦੇ ਹਨ। ਪ੍ਰਭ ਕਾ ਸਿਮਰਨ ਅਨ ਦਿਨੋ ਜਾਗਾ। ਗਿਆਨ ਜਾਗਰਤ ਵਿੱਚ ਮਨੁੱਖ ਅੱਠੇ ਪੈਰ ਜਾਗਦਾ ਰਹਿੰਦਾ ਹੈ, ਸੁਚੇਤ ਰਹਿੰਦਾ ਹੈ। ਜਿਹੜਾ ਪ੍ਰਭੂ ਦਾ ਸਿਮਰਨ ਕਰਨ ਵਾਲਾ ਹੈ ਉਹ ਵਿਕਾਰਾਂ ਦੇ ਢਾਏ ਨਹੀਂ ਚੜਦਾ, ਇਹਨਾਂ ਤੋਂ ਦੁਸ਼ਮਣਾਂ ਤੋਂ ਅੱਠੇ ਪੈਰ ਸੁਚੇਤ ਰਹਿੰਦਾ ਹੈ। ਪ੍ਰਭ ਕਾ ਸਿਮਰਨ ਭਉ ਨਾ ਵਿਆਪਾ। ਪ੍ਰਭੂ ਦਾ ਸਿਮਰਨ ਕਰਨ ਨਾਲ ਜਮਦੂਤਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ, ਹਰ ਪ੍ਰਕਾਰ ਦਾ ਭਉ ਦੂਰ ਹੋ ਜਾਂਦਾ ਹੈ, ਡਰ ਵਿਆਪਦਾ ਹੀ ਨਹੀਂ, ਡਰ ਵੀ ਉਹਦੇ ਕੋਲੋਂ ਡਰਨ ਲੱਗ ਪੈਂਦਾ ਹੈ। ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪਾ। ਜਿਹੜੇ ਦੁੱਖ ਆ ਕੇ ਇਸ ਜੀਵ ਨੂੰ ਸਤਾਉਂਦੇ ਸਨ, ਸੰਤਾਪ ਦਿੰਦੇ ਸਨ, ਪ੍ਰਭੂ ਦਾ ਸਿਮਰਨ ਕਰਨ ਨਾਲ ਉਹ ਦੁੱਖ ਸੰਤਾਪ ਦੇਣੋਂ ਹਟ ਜਾਂਦੇ ਹਨ, ਭਾਵ ਉਹਨਾਂ ਦੁੱਖਾਂ ਦਾ ਤਾਪ ਨਹੀਂ ਚੜ੍ਹਦਾ। ਪ੍ਰਭ ਕਾ ਸਿਮਰਨ ਸਾਧ ਕਾ ਸੰਗਾ। ਪਰ ਮਿੱਤਰੋ, ਆਪਣੇ ਆਪ ਪ੍ਰਭੂ ਦਾ ਸਿਮਰਨ ਕੀਤਾ ਨਹੀਂ ਜਾ ਸਕਦਾ, ਇਹ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਹਰ ਰੋਜ਼ ਨੇਮ ਨਾਲ ਸਾਧ ਸੰਗਤ ਵਿੱਚ ਆਇਆ ਕਰੋ। ਪ੍ਰਭੂ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਵਾਲੇ ਮਹਾਤਮਾ ਦੀ ਚਰਨ ਸ਼ਰਨ ਭਾਵ ਆਗਿਆ ਵਿੱਚ ਚੱਲ ਕੇ ਸਿਮਰਨ ਕਰੋ। ਸਰਬ ਨਿਧਾਨ ਨਾਨਕ ਹਾਰੇ ਰੰਗਾ। ਰੰਗ ਦਾ ਅਰਥ ਹੈ ਪ੍ਰੇਮ। ਸਾਰੇ ਦੁਨੀਆ ਦੇ ਨਿਧਾਨ ਮੈਨੇ ਖਜ਼ਾਨੇ, ਨਿਧੀਆਂ ਦਾ ਘਰ ਪ੍ਰੇਮ ਪੂਰਵਕ ਉਸ ਪ੍ਰਾਣੀ ਨੂੰ ਪ੍ਰਾਪਤ ਹੋ ਜਾਂਦਾ ਹੈ ਜੋ ਸਿਮਰਨ ਕਰਦਾ ਹੈ ਪ੍ਰਭੂ ਦਾ। ਪ੍ਰਭ ਕਾ ਸਿਮਰਨ ਰਿਦਾ ਸਿੱਧੇ ਨੌ ਨਿਧਾ। ਰਿੱਧੀਆਂ ਸਿੱਧੀਆਂ ਨੌ ਨਿਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਜਿਹੜਾ ਸਿਮਰਨ ਕਰਦਾ ਹੈ। ਇਹ ਨਹੀਂ ਵੀ ਅੱਜ ਹੀ ਲੱਗੇ ਤੇ ਅੱਜ ਹੀ ਕਵੇ ਵੀ ਜੋ ਮੈਂ ਕਵਾਂ ਪੂਰਾ ਹੋ ਜਾਵੇ। ਲਗਾਤਾਰ ਕੁਝ ਸਮਾਂ ਸਿਮਰਨ ਕਰਦੇ ਰਹਿਣਾ ਚਾਹੀਦਾ। ਘੱਟ ਤੋਂ ਘੱਟ 12 ਵਰੇ ਵੀ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭੂ ਦਾ ਸਿਮਰਨ ਕਰਨ ਨਾਲ ਦੁਨੀਆ ਦਾ ਗਿਆਨ ਅਤੇ ਅਕਾਲ ਪੁਰਖ ਦਾ ਤਤ ਸਰੂਪ ਧਿਆਨ ਪ੍ਰਾਪਤ ਹੋ ਜਾਂਦਾ ਹੈ। ਬੁੱਧੀ ਅੰਦਰ ਬੁੱਧੀ ਤਤ ਵਿਤਿਆਂ ਵਾਲੀ ਹੋ ਜਾਂਦੀ ਹੈ। ਪ੍ਰਭ ਕਾ ਸਿਮਰਨ ਜਾਪ ਤਪ ਪੂਜਾ। ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਦਾ ਮਨ ਜਪ ਵਿੱਚ ਤਪ ਵਿੱਚ ਲੱਗਦਾ ਹੈ। ਜੋ ਕਸ਼ਟ ਤੇ ਦੁਖਦਾਇਕ ਤਪ ਹਨ, ਜਪ ਹਨ, ਉਹਨਾਂ ਨਾਲੋਂ ਵੀ ਵਧੇਰੇ ਲਾਭ ਪ੍ਰਭੂ ਦੇ ਸਹਿਜ ਅਵਸਥਾ ਵਿੱਚ ਟਿਕ ਕੇ ਸਿਮਰਨ ਕਰਨ ਨਾਲ ਪ੍ਰਾਪਤ ਹੁੰਦਾ ਹੈ। ਪ੍ਰਭ ਕਾ
ਸਿਮਰਨ ਬਿਨ ਸਾਧੂ ਜਾ। ਪ੍ਰਭੂ ਦਾ ਸਿਮਰਨ ਕਰਨ ਨਾਲ ਮਨ ਵਿੱਚੋਂ ਦ્વੈਤ ਭਾਵਨਾ ਮੁੱਕ ਜਾਂਦੀ ਹੈ। ਅਸੀਂ ਲਗਨ ਨਾਲ ਪ੍ਰਭੂ ਦਾ ਸਿਮਰਨ ਨਹੀਂ ਕਰਦੇ, ਇਸ ਵਾਸਤੇ ਦ્વੈਤ ਬਣੀ ਹੋਈ ਹੈ। ਜੇ ਅਸੀਂ ਨਿਰੰਤਰ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜ ਜਾਈਏ ਤੇ ਮਨ ਦੀ ਦ્વੈਤ ਭਾਵਨਾ ਖਤਮ ਹੋ ਜਾਵੇ। ਪ੍ਰਭ ਕਾ ਸਿਮਰਨ ਤੀਰਥ ਇਸਨਾਨੀ। ਪ੍ਰਭੂ ਦਾ ਸਿਮਰਨ ਕਰਨ ਨਾਲ ਸਮਗਰ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਲੋਕਾਂ ਨੇ 68 ਤੀਰਥਾਂ ਦੇ ਇਸ਼ਨਾਨ ਦਾ ਬੜਾ ਵੱਡਾ ਪੁੰਨ ਮੰਨਿਆ ਹੈ, ਪਰ ਉਹ ਮਨੁੱਖ 68 ਤੀਰਥਾਂ ਦੇ ਇਸ਼ਨਾਨ ਨਾਲੋਂ ਵੀ ਵੱਧ ਮਹਾਤਮਾ ਰੱਖਦਾ ਹੈ ਜੋ ਨਿਰੰਤਰ ਪ੍ਰਭੂ ਦਾ ਸਿਮਰਨ ਕਰਦਾ ਹੈ। ਪ੍ਰਭ ਕਾ ਸਿਮਰਨ ਦਰਗਾਹ ਮਾਨੀ। ਪ੍ਰਭੂ ਦਾ ਸਿਮਰਨ ਕਰਨ ਵਾਲਾ ਮਨੁੱਖ ਦਰਗਾਹ ਵਿੱਚ ਮੰਨਿਆ ਜਾਂਦਾ ਹੈ। ਇੱਕ ਜੈਤ ਨਾਮ ਦਾ ਸੇਠ ਪਟਨੇ ਸਾਹਿਬ ਵਿਖੇ ਨਿਵਾਸ ਕਰਦਾ ਸੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਪਾਠ ਕਰਿਆ ਕਰਦਾ ਸੀ। ਸਤਸੰਗੀ ਵੀ ਬੜਾ ਸੀ। ਜਦੋਂ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਟਨੇ ਦੀਆਂ ਸੰਗਤਾਂ ਨੂੰ ਤਾਰਨ ਵਾਸਤੇ ਗਏ, ਖੁੱਲੇ ਦਰਸ਼ਨ ਕਰਦਿਆਂ ਕਰਦਿਆਂ ਕੁਝ ਹੋਛੇ ਬੰਦਿਆਂ ਨੇ ਗੁਰੂ ਜੀ ਦੇ ਚਰਨਾਂ 'ਚ ਸ਼ਿਕਾਇਤ ਲਾ ਦਿੱਤੀ, ਮਹਾਰਾਜ ਜਿਹੜਾ ਜੈਤਾ ਸੇਠ ਹੈ ਇਹ ਤੇ ਨਾਮ ਨਹੀਂ ਜਪਦਾ, ਨਾ ਤੀਰਥ ਇਸ਼ਨਾਨ ਕਰਨ ਵਾਸਤੇ ਕਿਧਰੇ ਜਾਂਦਾ ਹੈ, ਨਾ ਇਹਨੂੰ ਕਦੀ ਸਵੇਰੇ ਉੱਠ ਕੇ ਨਹਾਉਂਦੇ ਨੂੰ ਵੇਖਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਭਗਤ ਦੀ ਵਡਿਆਈ ਪ੍ਰਗਟ ਕਰਨ ਵਾਸਤੇ ਕਹਿਣ ਲੱਗੇ, ਅੱਛਾ ਵੀ ਸਿੱਖੋ ਇੰਜ ਕਰੋ, 2 ਜਣੇ ਚੋਰੀ ਉਹਦਾ ਧਿਆਨ ਰੱਖੋ, 24 ਘੰਟੇ ਉਸ ਦੀ ਕਿਰਤ ਜਿਹੜੀ ਹੈ ਉਹ ਸਾਰੀ ਆ ਕੇ ਸਾਨੂੰ ਦੱਸੋ ਵੀ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕੀ ਕਰਦਾ ਹੈ ਇਹ ਜੈਤਾ ਸੇਠ। ਜਿਸ ਵੇਲੇ 2 ਸਿੱਖ ਸੁਚੇਤ ਹੋ ਗਏ, ਉਹਨਾਂ ਨੇ ਤਤਪਰ ਹੋ ਕੇ ਇਸ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਵੇਖਿਆ ਕਿ ਅੰਮ੍ਰਿਤ ਵੇਲਾ ਹੋਇਆ ਹੈ, ਅੰਮ੍ਰਿਤ ਵੇਲੇ ਉੱਠ ਕੇ ਭਾਈ ਜੈਤੇ ਸੇਠ ਨੇ ਇਸ਼ਨਾਨ ਕੀਤਾ, ਮਾਰ ਕੇ ਚਾਦਰ ਦੀ ਬੁੱਕਲ ਚੌਂਕੜਾ ਮਾਰ ਕੇ ਬਹਿ ਗਿਆ, ਸਿਮਰਨ ਭਜਨ ਵਿੱਚ ਅਰੂੜ। ਅਗਲੇ ਦਿਨ ਉਹਨਾਂ ਨੇ ਫੇਰ ਧਿਆਨ ਰੱਖਿਆ, ਮੁੜ ਕੇ ਆਪਣੇ ਉਹੋ ਹੀ ਮੈਲੇ ਕੁਚੈਲੇ ਜੇ ਕੱਪੜੇ ਪਾ ਕੇ ਕੰਮਕਾਰ ਵਿੱਚ ਰੁੱਝ ਗਿਆ। ਉਹਨਾਂ ਨੇ ਕਿਹਾ ਵੀ ਇਹ ਤੀਰਥ ਇਸ਼ਨਾਨ ਕਰਨ ਵਾਸਤੇ ਜਾਂਦਾ ਨਹੀਂ, ਚੱਲ ਜੇ ਅੱਜ ਇਹਨੇ ਨਹਾ ਲਿਆ, ਭਜਨ ਕਰ ਲਿਆ, ਹੁਣ ਭਲ ਕੇ ਵੇਖਾਂਗੇ। ਅਗਲੇ ਦਿਨ ਨਿਰੰਕਾਰ ਨੇ ਇੱਕ ਹੋਰ ਹੀ ਕੌਤਕ ਵਰਤਾ ਦਿੱਤਾ। ਜਦੋਂ ਉਹ ਰਾਤ ਨੂੰ ਅਜੇ ਸੁੱਤੇ ਵੀ ਨਹੀਂ, ਜਾਗਦੇ ਰਹੇ ਤੇ ਕੀ ਵੇਖਦੇ ਨੇ, ਉਹਦੇ ਘਰ ਵਿੱਚ ਇੱਕ ਹੌਦ ਬਣਿਆ ਹੋਇਆ ਸੀ ਪਾਣੀ ਭਰਨ ਵਾਲਾ। ਉੱਥੇ ਆ ਕੇ ਅੰਮ੍ਰਿਤ ਵੇਲੇ 3 ਗਊਆਂ ਚਲੀਆਂ ਆ ਰਹੀਆਂ ਨੇ। ਇੱਕ ਥਾਂ ਤੇ ਇਦਾਂ ਵੀ ਲਿਖਿਆ ਕਿ 3 ਦੇਵੀਆਂ ਚਲੀਆਂ ਆਈਆਂ ਜਿਨ੍ਹਾਂ ਨੇ ਸਿਰ ਦੇ ਉੱਤੇ ਗਾਗਰਾਂ ਚੁੱਕੀਆਂ ਹੋਈਆਂ ਸਨ, ਭਾਵ ਜਲ ਦੀਆਂ ਗਾਗਰਾਂ ਭਰ ਕੇ 3 ਬੀਬੀਆਂ ਅੰਮ੍ਰਿਤ ਵੇਲੇ ਆ ਨਿਕਲੀਆਂ। ਵੇਖ ਕੇ ਸਿੱਖ ਅਚਰਜ ਹੋ ਗਏ। ਉਹਨਾਂ ਨੇ ਉਹ 3 ਹੀ ਗਾਗਰਾਂ ਹੌਦ ਵਿੱਚ ਪਾ ਦਿੱਤੀਆਂ, ਫਿਰ ਵਾਪਸ ਚਲੇ ਗਈਆਂ। ਇੱਕ ਭਗਤ ਮਾਲ ਵਿੱਚ ਸਾਖੀ ਇਦਾਂ ਲਿਖੀ ਕਿ ਵੀ 3 ਗਊਆਂ ਆਈਆਂ, ਉਹਨਾਂ ਗਊਆਂ ਨੇ ਆਪਣੇ ਮੂੰਹ ਵਿੱਚ ਪਾਣੀ ਭਰਿਆ ਹੋਇਆ ਸੀ ਤੇ ਹੌਦ ਵਿੱਚ ਲਿਆ ਕੇ ਉਹ ਪਾਣੀ ਪਾ ਦਿੱਤਾ। ਜਿਸ ਵੇਲੇ ਉਹ ਜਾਣ ਲੱਗੀਆਂ ਅਚਰਜ ਹੋਏ। ਉਹਨਾਂ ਦਾ ਸਰੂਪ ਬੜਾ ਸੁੰਦਰ ਤੱਕ ਕਰਕੇ ਪੁੱਛਿਆ ਸਿੱਖਾਂ ਨੇ, ਤੁਸੀਂ ਕੌਣ ਹੋ? ਇੱਕ ਨੇ ਕਿਹਾ ਮੈਂ ਗੰਗਾ ਹਾਂ, ਦੂਸਰੀ ਨੇ ਕਿਹਾ ਮੈਂ ਜਮਨਾ ਹਾਂ, ਤੀਸਰੀ ਨੇ ਕਿਹਾ ਮੈਂ ਸਰਸਵਤੀ ਹਾਂ। ਅਸੀਂ 3 ਮਹਾਨ ਪਵਿੱਤਰ ਨਦੀਆਂ ਹਾਂ। ਇਹ ਸਿੱਖ ਅਕਾਲ ਪੁਰਖ ਦਾ ਹਰ ਰੋਜ਼ ਸਿਮਰਨ ਕਰਦਾ ਹੈ ਤੇ ਅਸੀਂ ਇਸ ਦਾ ਇਸ਼ਨਾਨ ਕਰਾਉਣ ਵਾਸਤੇ ਅੰਮ੍ਰਿਤ ਵੇਲੇ ਜਲ ਭਰਦੀਆਂ ਹਾਂ ਇਸ ਦਾ। ਜਿਸ ਵੇਲੇ ਸਿੱਖਾਂ ਨੇ ਇਹ ਕੌਤਕ ਵੇਖਿਆ, ਸਾਰਾ ਮਨ ਦਾ ਮਾਨ ਟੁੱਟ ਗਿਆ। ਗੁਰੂ ਜੀ ਨੇ ਕਿਹਾ, ਸੁਣਾਓ ਭਾਈ ਸਿੱਖ ਦੀ ਹਾਲਤ। ਢਹਿ ਕੇ ਚਰਨੀ ਪੈ ਗਏ। ਮਹਾਰਾਜ ਉਹਨੂੰ ਤੇ ਤੀਰਥ ਵੀ ਪਰਸਣ ਕਰਨ ਵਾਸਤੇ ਆਉਂਦੇ ਹਨ। ਤਾਂ ਗੁਰਦੇਵ ਮਹਾਰਾਜ ਜੀ ਨੇ ਕਿਹਾ, ਤਾਈਏ ਤੇ ਭਾਈ ਗੁਰਦਾਸ ਜੀ ਨੇ 68 ਤੀਰਥਾਂ ਨਾਲੋਂ ਸਿਮਰਨ ਦੀ ਮਹਿਮਾ ਨੂੰ ਵਧੇਰੇ ਅਪਣਾਇਆ ਹੈ। ਜਿਸੇ 68 ਤੀਰਥ ਪਰਸ ਕੀਓ, ਜੁਗ 4 ਚੜਿਓ ਕੈਲਾਸ਼ ਰਹਿਓ।
ਜਿਸ ਲੱਖ ਬਾਰ ਕੁਰਸ਼ੇਤਰ ਮੈਂ ਅਸਮੇਤ ਜਾਗਿਆ ਭੰਗ ਠਾਇਓ, ਜਿਸ ਕੋਟ ਬਰਸ ਤਪ ਉਰਦਮੁਖੀ ਬੈਸੰਤਰ ਮੈਂ ਤਨ ਦਾਹ ਦਇਓ। ਫੁੱਲ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ੍ਰੀ ਵਾਹਿਗੁਰੂ ਕਹਿਓ। ਗੰਗਾ ਜਮਨਾ ਗੋਦਾਵਰੀ ਸੁਰਸੁਰੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਇਹ ਗੰਗਾ ਜਮਨਾ ਸਰਸਵਤੀ ਗੋਦਾਵਰੀ ਬੇਨਤੀ ਕਰਦੀਆਂ ਵੀ ਪਾਪੀ ਲੋਕਾਂ ਨੇ ਕੀਤਾ ਇਸ਼ਨਾਨ, ਅਸੀਂ ਪਾਪਾਂ ਨਾਲ ਹੋ ਗਈਆਂ ਭਰਪੂਰ। ਇਸ ਵਾਸਤੇ ਹੋਏ ਹੁਣ ਕੋਈ ਅਕਾਲ ਪੁਰਖ ਦਾ ਸਿਮਰਨ ਕਰਨ ਵਾਲਾ ਸੰਤ ਮਹਾਤਮਾ ਆਵੇ, ਉਹ ਆ ਕੇ ਸਾਡੀ ਪਾਪਾਂ ਦੀ ਜਿਹੜੀ ਮੈਲ ਹੈ ਉਸ ਨੂੰ ਦੂਰ ਕਰੇ। ਸੋ ਇਸ ਪ੍ਰਕਾਰ ਦੇ ਨਾਲ ਪ੍ਰਭੂ ਦਾ ਸਿਮਰਨ ਦੀ ਬੜੀ ਭਾਰੀ ਮਹਿਮਾ ਹੈ, ਉਪਦੇਸ਼ ਕਰਦੇ ਹਨ। ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੀ। ਪ੍ਰਭੂ ਦਾ ਸਿਮਰਨ ਕਰਨ ਨਾਲ ਤੀਰਥਾਂ ਦੇ ਇਸ਼ਨਾਨ ਦਾ ਫਲ ਘਰ ਬੈਠਿਆਂ ਹੀ ਪ੍ਰਾਪਤ ਹੋ ਜਾਂਦਾ ਹੈ। ਪ੍ਰਭ ਕਾ ਸਿਮਰਨ ਕਰਗਹਿ ਮਾਨੀ। ਉਹ ਪ੍ਰਾਣੀ ਜੋ ਨਿਰੰਤਰ ਪ੍ਰਭੂ ਦਾ ਸਿਮਰਨ ਕਰਦਾ ਹੈ, ਦਰਗਾਹ ਵਿੱਚ ਵੀ ਮੰਨਿਆ ਜਾਂਦਾ, ਆਪ ਤੇ ਲੰਘ ਹੀ ਜਾਂਦਾ। ਜੇ ਉਹਦਾ ਜੀ ਕਰੇ ਤੇ ਆਪਣੇ ਨਾਲ ਹੋਰ ਵੀ ਕਈਆਂ ਨੂੰ ਨਿਗਾਹ ਖੜਦਾ ਹੈ। ਪ੍ਰਭ ਕਾ ਸਿਮਰਨ ਹੋਏ ਸੋ ਭਲਾ। ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਕੋਲੋਂ ਕੋਈ ਬੁਰਾ ਕਰਮ ਨਹੀਂ ਹੁੰਦਾ, ਭਲਾ ਕਰਮ ਹੀ ਹੁੰਦਾ ਹੈ ਉਹਦੇ ਹੱਥੋਂ। ਉਹ ਸਾਰਿਆਂ ਦਾ ਭਲਾ ਹੀ ਕਰਦਾ ਹੈ, ਦੁਸ਼ਮਣਾਂ ਦਾ ਵੀ ਬੁਰਾ ਨਹੀਂ ਚਿਤਵਦਾ। ਪ੍ਰਭ ਕਾ ਸਿਮਰਨ ਸੁਫਲ ਫਲਾ। ਪ੍ਰਭੂ ਦਾ ਸਿਮਰਨ ਕਰਨ ਵਾਲਾ ਪ੍ਰਾਣੀ ਸ੍ਰਿਸ਼ਟ ਫਲਾਂ ਦੁਆਰਾ ਫਲਦਾ ਹੈ। ਦੁਨੀਆ ਦੇ ਫਲ ਦੁੱਧ ਪੁੱਤਰ ਧੀਆਂ ਨੋਵਾਂ ਦੋਤੇ ਦੋਤਰੀਆਂ ਇਤਿਆਦ ਸ੍ਰਿਸ਼ਟ ਫਲਾਂ ਕਰਕੇ ਫਲੀਭੂਤ ਹੁੰਦਾ ਹੈ, ਅਤੇ ਦੂਸਰਾ ਗਿਆਨ ਵਿਵੇਕ ਦੀ ਸੈਨਾ ਦੇ ਸੰਯੁਕਤ ਸ਼ੁਭ ਗੁਣਾ ਕਰਕੇ ਫਲੀਭੂਤ ਹੁੰਦਾ ਹੈ। ਸਿਮਰਹਿ ਜਿਨ ਆਪੇ ਸਿਮਰਾਏ। ਪ੍ਰਭੂ ਦਾ ਸਿਮਰਨ ਮਿੱਤਰੋ ਉਹ ਹੀ ਕਰਦੇ ਹਨ ਜਿਨ੍ਹਾਂ ਕੋਲੋਂ ਵਾਹਿਗੁਰੂ ਆਪ ਕਰਵਾਉਂਦਾ ਹੈ। ਇਸ ਵਾਸਤੇ ਸਿਮਰਨ ਦਾ ਵੀ ਮਾਣ ਨਹੀਂ ਕਰਨਾ ਚਾਹੀਦਾ ਵੀ ਅਸੀਂ ਬੜਾ ਭਜਨ ਕਰਦੇ ਹਾਂ। ਇਹ ਸ਼ੁਕਰਾਨਾ ਕਰਨਾ ਚਾਹੀਦਾ ਕਿ ਪ੍ਰਭੂ ਜੀ ਸਾਡੇ ਕੋਲੋਂ ਸਿਮਰਨ ਕਰਵਾ ਰਹੇ ਹਨ। ਨਾਨਕ ਪਾਕਾ ਲਾਗੋ ਪਾਏ। ਐਸੇ ਮਹਾਤਮਾ ਦੇ ਚਰਨੀ ਲੱਗਣਾ ਕਰੀਏ ਜੋ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ। ਨਾਨਕ ਤਾਕੈ ਲਾਗੋ ਪਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਸਤਿਗੁਰਾਂ ਨੇ ਸਿਮਰਨ ਦੀ ਸਾਨੂੰ ਗੁੜ੍ਹਦੀ ਦਿੱਤੀ, ਐਸੇ ਗੁਰੂ ਨਾਨਕ ਦੇਵ ਜੀ ਦੇ ਅਸੀਂ ਹਮੇਸ਼ਾ ਹੀ ਚਰਨ ਪਰਸਦੇ ਹਾਂ, ਚਰਨੀ ਲੱਗੇ ਰਹੇ ਹਾਂ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਤੁਸੀਂ ਵੀ ਸਤਿਗੁਰੂ ਜੀ ਦੇ ਚਰਨੀ ਲੱਗੇ ਰਹੋ, ਕਿਉਂਕਿ ਪ੍ਰਭੂ ਦਾ ਸਿਮਰਨ ਸਾਰੇ ਕਰਮਾਂ ਧਰਮਾਂ ਨਾਲੋਂ ਉੱਚਾ ਹੈ। ਪ੍ਰਭ ਕਾ ਸਿਮਰਨ ਉਦਰੇ ਮੂਚਾ। ਮੂਚਾ ਦਾ ਅਰਥ ਹੈ ਬਹੁਤੇ ਬਹੁਤੇ ਜੀਵ ਸੰਸਾਰ ਰੂਪੀ ਸਮੁੰਦਰ ਤੋਂ ਸਿਮਰਨ ਕਰਕੇ ਤਰ ਗਏ ਹਨ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਭੁਜਾ। ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਹੈ, ਜੀਵ ਦੇ ਹਿਰਦੇ ਨੂੰ ਸਾੜੀ ਜਾਂਦੀ ਹੈ, ਉਹ ਵੀ ਸਿਮਰਨ ਕਰਨ ਨਾਲ ਬੁਝ ਜਾਂਦੀ ਹੈ। ਪ੍ਰਭ ਕਾ ਸਿਮਰਨ ਸਭ ਕਿਛ ਸੁਝਾ। ਪ੍ਰਭੂ ਦਾ ਸਿਮਰਨ ਕਰਨ ਨਾਲ ਅੰਤਰਯਾਮਤਾ ਆ ਜਾਂਦੀ ਹੈ। ਘਰ ਬੈਠਾ ਹੀ ਬੰਦਾ ਸਾਰੀ ਅਗਮ ਨਿਗਮ ਦੀ ਗੱਲ ਜਾਣ ਲੈਂਦਾ ਹੈ। ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ। ਜਾਮਾਂ ਦਾ ਵੀ ਉਸ ਨੂੰ ਕੋਈ ਡਰ ਨਹੀਂ ਰਹਿ ਜਾਂਦਾ, ਜਾਮਾਂ ਡਰ ਦੇਣੋਂ ਹਟ ਜਾਂਦੇ ਹਨ। ਪ੍ਰਭ ਕਾ ਸਿਮਰਨ ਪੂਰਨ ਆਸਾ। ਜੀਵ ਦੇ ਮਨ ਦੀਆਂ ਸਮਗਰ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਪ੍ਰਭੂ ਦਾ ਸਿਮਰਨ ਕਰਨ ਨਾਲ। ਪ੍ਰਭ ਕਾ ਸਿਮਰਨ
ਮਨ ਕੀ ਮਾਲੋ ਜਾਏ। ਪਰਮਾਤਮਾ ਦਾ ਸਿਮਰਨ ਮਨ ਦੀ ਪਾਪਾਂ ਰੂਪੀ ਮੈਲ ਨੂੰ ਕੱਟ ਦਿੰਦਾ ਹੈ, ਅਵਿਦਿਆ ਰੂਪੀ ਮੈਲ ਮਿਟ ਜਾਂਦੀ ਹੈ। ਅੰਮ੍ਰਿਤ ਨਾਮ ਹਿਰਦਾ ਮਾਹੇ ਸਮਾਏ। ਪ੍ਰਾਣੀ ਆਪਣੇ ਹਿਰਦੇ ਵਿੱਚ ਅੰਮ੍ਰਿਤ ਰੂਪੀ ਨਾਮ ਨੂੰ ਟਿਕਾ ਲੈਂਦਾ ਹੈ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ। ਐਸਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਹੈ ਮਹਾਰਾਜ ਕਿੱਥੇ ਵਸਦਾ ਹੈ? ਤਾਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਪ੍ਰਭ ਜੀ ਬਸ ਹੈ ਸਾਧ ਕੀ ਰਸਨਾ। ਭਾਈ ਪਰਮੇਸ਼ਰ ਦਾ ਨਿਵਾਸ ਸੰਤਾਂ ਦੀ ਰਸਨਾ ਤੇ ਹੈ, ਜੋ ਅੱਠੇ ਪੈਰ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ। ਨਾਨਕ ਜਨ ਕਾ ਦਾਸਨ ਦਸਨਾ। ਇਸ ਵਾਸਤੇ ਮੈਂ ਉਹਨਾਂ ਸਿਮਰਨ ਕਰਨ ਵਾਲੇ ਸੰਤਾਂ ਭਗਤਾਂ ਦੇ ਦਾਸਾਂ ਦਾ ਦਾਸ ਹੋਣਾ ਚਾਹੁੰਦਾ ਹਾਂ। ਜੇ ਤੁਸੀਂ ਵੀ ਆਪਣੀ ਕਲਿਆਣ ਕਰਨੀ ਲੋੜਦੇ ਹੋ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਜੇ ਤੁਹਾਡੇ ਕੋਲ ਸਿਮਰਨ ਨਹੀਂ ਹੁੰਦਾ ਤਾਂ ਸਿਮਰਨ ਕਰਨ ਵਾਲੇ ਸੰਤਾਂ ਮਹਾਤਮਾ ਦੇ ਦਾਸ ਬਣ ਜਾਓ। ਉਹਨਾਂ ਦਾਸਾਂ ਦੇ ਦਾਸ ਹੋ ਕਰਕੇ ਤੁਸੀਂ ਸदैवी ਸੁਖ ਅਤੇ ਸਮਗਰ ਆਨੰਦ ਨੂੰ ਪ੍ਰਾਪਤ ਹੋਵੋਗੇ। ਗਰੀਬ ਨਵਾਜ ਪਾਤਸ਼ਾਹ ਜੀ ਇਹ ਸੁੰਦਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸਾ ਦੇਣ। ਸਭ ਕੋ ਸਿਮਰੇ ਤੇ ਤਨਵੰਤੇ। ਪ੍ਰਭੂ ਦਾ ਸਿਮਰਨ ਕਰਨ ਵਾਲੇ ਮਨੁੱਖ ਅਸਲੀ ਧਨਵਾਨ ਹਨ। ਵੈਸੇ ਤੇ ਜਗਤ ਵਿੱਚ ਕਈ ਮਾਇਆਧਾਰੀ ਲੋਕ ਹਨ, ਗੁਰਮਤਿ ਨੇ ਉਹਨਾਂ ਨੂੰ ਧਨਵਾਨ ਨਹੀਂ ਮੰਨਿਆ। ਜਿਨ੍ਹਾਂ ਦੇ ਪਾਸ ਧਰਮੰਦੀ ਰਾਜ ਪੂੰਜੀ ਹੈ, ਸ਼ੁਭ ਗੁਣਾਂ ਦਾ ਧਨ ਹੈ, ਉਹਨਾਂ ਨੂੰ ਧਨਵਾਨ ਮੰਨਦੇ ਹਨ। ਜੋ ਪ੍ਰਭੂ ਦਾ ਸਿਮਰਨ ਕਰਨ ਵਾਲੇ ਜੀਵ ਹਨ, ਉਹਨਾਂ ਕੋਲ ਸਿਮਰਨ ਹੀ ਸਹੀ ਧਨ ਹੈ। ਜਿਸ ਨੂੰ ਜਲ ਨਹੀਂ ਡੂਬੇ, ਤਸਕਰ ਨਹੀਂ ਲੇਵੇ, ਭਾਹੇ ਨਾ ਸਾਕੈ ਜਾਲੇ। ਜਿਸ ਨਾਮ ਦੇ ਧਨ ਨੂੰ ਅੱਗ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ, ਚੋਰ ਚੁਰਾ ਕੇ ਨਹੀਂ ਲਿਜਾ ਸਕਦਾ, ਸदैवी ਧਨ ਰਹਿੰਦਾ ਹੈ, ਫਿਰ ਐਸ ਲੋਕ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਸਾਥ ਦਿੰਦਾ ਹੈ। ਪ੍ਰਭ ਕੋ ਸਿਮਰੇ ਤੇ ਤਨਵੰਤੇ। ਪ੍ਰਭੂ ਦਾ ਸਿਮਰਨ ਕਰਨ ਵਾਲੇ ਮਨੁੱਖ ਅਸਲੀ ਧਨਵਾਨ ਹਨ। ਵੈਸੇ ਤੇ ਜਗਤ ਵਿੱਚ ਕਈ ਮਾਇਆਧਾਰੀ ਲੋਕ ਹਨ, ਗੁਰਮਤਿ ਨੇ ਉਹਨਾਂ ਨੂੰ ਧਨਵਾਨ ਨਹੀਂ ਮੰਨਿਆ। ਜਿਨ੍ਹਾਂ ਦੇ ਪਾਸ ਧਰਮੰਦੀ ਰਾਜ ਪੂੰਜੀ ਹੈ, ਸ਼ੁਭ ਗੁਣਾਂ ਦਾ ਧਨ ਹੈ, ਉਹਨਾਂ ਨੂੰ ਧਨਵਾਨ ਮੰਨਦੇ ਹਨ। ਜੋ ਪ੍ਰਭੂ ਦਾ ਸਿਮਰਨ ਕਰਨ ਵਾਲੇ ਜੀਵ ਹਨ, ਉਹਨਾਂ ਕੋਲ ਸਿਮਰਨ ਹੀ ਸਹੀ ਧਨ ਹੈ। ਜਿਸ ਨੂੰ ਜਲ ਨਹੀਂ ਡੂਬੇ, ਤਸਕਰ ਨਹੀਂ ਲੇਵੇ, ਭਾਹੇ ਨਾ ਸਾਕੈ ਜਾਲੇ। ਜਿਸ ਨਾਮ ਦੇ ਧਨ ਨੂੰ ਅੱਗ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ, ਚੋਰ ਚੁਰਾ ਕੇ ਨਹੀਂ ਲਿਜਾ ਸਕਦਾ, ਸदैवी ਧਨ ਰਹਿੰਦਾ ਹੈ, ਫਿਰ ਐਸ ਲੋਕ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਸਾਥ ਦਿੰਦਾ ਹੈ। ਐਸਾ ਨਾਮ ਦਾ ਧਨ ਜਿਨ੍ਹਾਂ ਨੂੰ ਪ੍ਰਾਪਤ ਹੋਇਆ, ਉਹ ਅਸਲੀ ਧਨਵਾਨ ਪੁਰਸ਼ ਹਨ। ਪ੍ਰਭੂ ਨੇ ਧਨ ਦਿੱਤਾ ਹੀ ਇਸ ਵਾਸਤੇ ਹੈ ਉਹਨਾਂ ਨੂੰ ਕਿ ਪ੍ਰਭੂ ਦਾ ਸਿਮਰਨ ਕਰਨ, ਕਿਸੇ ਦੇ ਮੁਹਤਾਜ ਨਾ ਹੋਣਾ ਪਵੇ,
ਜੀਵਨ ਦੀਆਂ ਸਾਰੀਆਂ ਲੋੜਾਂ ਸੁਗਮ ਹੀ ਪੂਰੀਆਂ ਹੁੰਦੀਆਂ ਜਾਣ ਅਤੇ ਦੁਨੀਆ ਦੇ ਵਿਅਰਥ ਧੰਦਿਆਂ ਵਿੱਚ ਜੋ ਸਮਾਂ ਗੁਜ਼ਰਦਾ ਹੈ ਉਹ ਸਮਾਂ ਉਧਰੋਂ ਬਚਾ ਕੇ ਪ੍ਰਭੂ ਦੇ ਸਿਮਰਨ ਵਿੱਚ ਲਾਇਆ ਜਾਵੇ। ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਅਸਲੀ ਧਨ ਵਾਲੇ ਧਨਾੜ ਲੋਕ ਹਨ। ਪ੍ਰਭ ਕਉ ਸਿਮਰਹਿ ਸੇ ਪਤੰਤੇ। ਪਤ ਕਹਿੰਦੇ ਇੱਜ਼ਤ ਨੂੰ, ਪਤ ਆਬਰੂ ਦੇ ਸੰਯੁਗਤ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜਿਹੜੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਇੱਥੇ ਵੀ ਅਤੇ ਉੱਥੇ ਵੀ, ਜਿਵੇਂ ਪਤੀ ਵਰਤਾ ਧਰਮ ਨੂੰ ਧਾਰਨ ਵਾਲੀ ਇਸਤਰੀ ਸਹੁਰਿਆਂ ਦੇ ਘਰ ਵਿੱਚ ਪੇਕਿਆਂ ਦੇ ਘਰ ਵਿੱਚ ਦੋਹੀਂ ਪਰਿਵਾਰੀ ਸ਼ੋਭਾ ਦਿਵਾਉਂਦੀ ਹੈ। ਸੰਬੰਧੀਆਂ ਵਿੱਚ ਇੱਜ਼ਤ ਵਿੱਚ ਵਾਧਾ ਹੁੰਦਾ ਹੈ। ਤਿਵੇਂ ਹੀ ਜਗਿਆਸੂ ਜੀਵ ਰੂਪੀ ਇਸਤਰੀ ਮਾਤ ਲੋਕ ਰੂਪੀ ਪੇਕਾ ਘਰ ਅਤੇ ਪ੍ਰਲੋਕ ਰੂਪੀ ਸਹੁਰੇ ਘਰ ਵਿੱਚ ਇੱਜ਼ਤ ਦਿਵਾਉਣ ਵਾਲੀ, ਆਪ ਵੀ ਪਤ ਦੇ ਸੰਯੁਗਤ ਅਤੇ ਸਾਰੇ ਪਰਿਵਾਰਾਂ ਨੂੰ, ਸਾਰੇ ਸੰਬੰਧੀਆਂ ਨੂੰ ਇੱਜ਼ਤ ਦਿਵਾਉਣ ਵਾਲੀ ਹੈ। ਪ੍ਰਭ ਕੋ ਸਿਮਰਹਿ। ਜਿਹੜੇ ਜਿਹੜੇ ਪ੍ਰਾਣੀ ਪ੍ਰਭੂ ਦਾ ਸਿਮਰਨ ਕਰਦੇ ਹਨ ਪਤਵੰਤੇ, ਉਹ ਅਸਲੀ ਇੱਜ਼ਤ ਦੇ ਮਾਲਕ ਹਨ। ਜਿਨ੍ਹਾਂ ਨੇ ਐਵੇਂ ਉੱਤੋਂ ਉੱਤੋਂ ਆਪਣੀ ਪਤ ਬਣਾਈ ਹੋਈ ਹੈ, ਵਿੱਚੋਂ ਕੁਝ ਨਹੀਂ, ਉਹਨਾਂ ਦੀ ਸਾਰੀ ਪਤ ਲੈ ਜਾਵੇਗੀ। ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ। ਜੋ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਪੁਰਸ਼ ਲੋਕ ਪਰਲੋਕ ਵਿੱਚ ਮੰਨੇ ਜਾਂਦੇ ਹਨ। ਪਰਵਾਨ, ਪੰਚ ਪਰਵਾਨ, ਪੰਚ ਪ੍ਰਧਾਨ। ਪੰਚ ਕਹੀਏ ਸੰਤ ਜਨ, ਇੱਥੇ ਵੀ ਪਰਵਾਨ ਹਨ ਅਤੇ ਉੱਥੇ ਪਰਲੋਕ ਵਿੱਚ ਵੀ ਪ੍ਰਧਾਨ ਮੁਖੀ ਹਨ। ਪ੍ਰਭ ਕੋ ਸਿਮਰੇ ਸੇ ਜਨ ਪਰਵਾਨ। ਜਿਹੜੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਪਰਲੋਕ ਵਿੱਚ ਪ੍ਰਵਾਨ ਹੋ ਜਾਂਦੇ, ਮਨਜ਼ੂਰ ਹੋ ਜਾਂਦੇ ਹਨ। ਉਹਨਾਂ ਦਾ ਆਇਆ ਜਨਮ ਲੇਖੇ ਵਿੱਚ ਲੱਗ ਜਾਂਦਾ ਹੈ। ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ। ਜਿਹੜੇ ਪੁਰਸ਼ ਪ੍ਰਮਾਤਮਾ ਦਾ ਸਿਮਰਨ ਕਰਦੇ ਲੋਕ ਉਹਨਾਂ ਨੂੰ ਮਹਾਪੁਰਸ਼ ਕਹਿੰਦੇ ਹਨ, ਪੁਰਸ਼ਾਂ ਨਾਲੋਂ ਮਹਾਨ, ਵੱਡੇ। ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਉਹ ਮਹਾਪੁਰਸ਼ ਪ੍ਰਧਾਨ ਮੈਣੇ ਮੁਖੀਏ ਬਣ ਜਾਂਦੇ ਹਨ। ਇੱਥੇ ਵੀ ਅਨੇਕਾਂ ਧਰਮ ਦੀਆਂ ਜਥੇਬੰਦੀਆਂ ਦੇ ਮੁਖੀ ਰਹਿੰਦੇ ਹਨ ਅਤੇ ਪ੍ਰਲੋਕ ਵਿੱਚ ਵੀ ਉਹਨਾਂ ਨੂੰ ਮੁਖਤਿਆਰੀ ਮਿਲਦੀ ਹੈ। ਭਾਵ ਉਹ ਹੀ ਲੰਬੜਦਾਰ ਹੁੰਦੇ ਹਨ, ਉਹ ਹੀ ਚੌਧਰੀ ਬਣਦੇ ਹਨ, ਉਹ ਹੀ ਪ੍ਰਧਾਨ ਬਣਦੇ ਹਨ ਸਾਰਿਆਂ ਉੱਤੇ ਜਿਨ੍ਹਾਂ ਦਾ ਹੁਕਮ ਹਾਸਲ ਚੱਲਦਾ ਹੈ। ਇਹ ਪ੍ਰਭੂ ਦੇ ਸਿਮਰਨ ਦੀ ਬਰਕਤ ਹੈ ਕਿ ਜੀਵ ਲੋਕ ਪਰਲੋਕ ਦੇ ਅੰਦਰ ਪ੍ਰਧਾਨ ਕਹੀਏ ਮੁਖੀ ਹੋ ਜਾਂਦਾ ਹੈ। ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੇ। ਸਿਮਰਨ ਦੀ ਬਰਕਤ ਨਾਲ ਮਨੁੱਖ ਕਿਸੇ ਦੇ ਮੁਹਤਾਜ ਨਹੀਂ ਰਹਿੰਦਾ, ਬੇਮੁਹਤਾਜ ਹੋ ਜਾਂਦਾ ਹੈ। ਭਾਵ ਕਿਸੇ ਦੀ ਪਰਵਾਹ ਨਹੀਂ ਰਹਿ ਜਾਂਦੀ। ਪਰਵਾਹ ਨਾਹੀਂ ਕਿਸੇ ਕੇਰੀ ਬਾਝ ਸੱਚੇ ਨਾਹੀਂ। ਉਹ ਮਹਾਂਪੁਰਸ਼ਾਂ ਦੀ ਤਰ੍ਹਾਂ, ਸੰਤਾਂ ਮਹਾਤਮਾ ਦੀ ਤਰ੍ਹਾਂ ਜਗਤ ਵਿੱਚ ਕਿਸੇ ਦੀ ਗਰਜ ਤੋਂ ਉੱਚਾ ਉੱਠ ਕੇ ਜਿਉਂਦਾ ਹੈ। ਕਿਸੇ ਦੀ ਪਰਵਾਹ, ਕਿਸੇ ਦੀ ਹੁਕਮ ਹਾਸਲੀ ਦੇ ਅਧੀਨ ਨਹੀਂ ਰਹਿੰਦਾ, ਸਗੋਂ ਉਸ ਦਾ ਹੁਕਮ ਸਾਰੇ ਮੰਨਦੇ ਹਨ। ਪ੍ਰਭੂ ਦਾ ਸਿਮਰਨ ਕਰਨ ਵਾਲੇ ਬੇਮੋਹਤਾਜ ਹੋ ਜਾਂਦੇ ਹਨ, ਕਿਸੇ ਦੀ ਪਰਵਾਹ ਨਹੀਂ ਰੱਖਦੇ ਆਪਣੇ ਮਨ ਅੰਦਰ। ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ। ਇੱਕ ਘਰ ਦੇ ਰਾਜੇ ਹਨ, ਇੱਕ ਪਿੰਡ ਦੇ ਰਾਜੇ ਹਨ, ਇੱਕ ਇਲਾਕੇ ਦੇ ਰਾਜੇ ਹਨ, ਇੱਕ ਨਾ ਦਾ ਸਾਰੇ ਦੇਸ਼ ਵਿੱਚ ਹੀ ਰਾਜ ਹੈ।
ਪਰ ਜਿਹੜੇ ਪ੍ਰਭੂ ਦਾ ਸਿਮਰਨ ਕਰਨ ਵਾਲੇ ਹਨ ਉਹ ਰਾਜਿਆਂ ਦੇ ਰਾਜੇ ਹੋ ਜਾਂਦੇ ਹਨ। ਕੋਈ ਹਰ ਸਮਾਨ ਨਹੀਂ ਰਾਜਾ। ਹਰੀ ਦੇ ਸਿਮਰਨ ਕਰਨ ਵਾਲਿਆਂ ਦੇ ਬਰਾਬਰ ਕਿਹੜਾ ਰਾਜਾ ਪੁੱਜ ਸਕਦਾ ਹੈ। ਜਦੋਂ ਪ੍ਰਭੂ ਦੇ ਦਰਸ਼ ਕੋਈ ਰਾਜਾ ਚੱਕਰਵਰਤੀ ਪਾਤਸ਼ਾਹ ਵੀ ਨਹੀਂ ਪੁੱਜਦਾ, ਇਸੇ ਪ੍ਰਕਾਰ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਜਿਹੜੇ ਸੰਤ ਮਹਾਤਮਾ ਹਨ ਉਹ ਰਾਜਿਆਂ ਦੇ ਰਾਜੇ ਹੋ ਜਾਂਦੇ ਹਨ। ਰਾਜੇ ਵੀ ਉਹਨਾਂ ਦੇ ਚਰਨਾਂ ਤੇ ਆ ਕੇ ਨਮਸਕਾਰਾਂ ਕਰਦੇ ਹਨ। ਰਾਜੇ ਵੀ ਉਹਨਾਂ ਦੀ ਪਰਿਕਰਮਾ ਕਰਦੇ ਹਨ। ਰਾਜੇ ਮਹਾਰਾਜੇ ਵੀ ਲੋਚਦੇ ਹਨ ਕਿ ਇਹ ਮਹਾਤਮਾ ਸਾਡੇ ਘਰ ਵਿੱਚ ਚਰਨ ਪਾਉਣ ਤਾਂ ਸਾਡੇ ਅਨੰਤ ਕਾਲ ਦੇ ਸਾਰੇ ਪਾਪ ਸ਼ਿਮਾ ਹੋ ਜਾਣ। ਸੋ ਐਸੇ ਸਿਮਰਨ ਕਰਨ ਵਾਲੇ ਲੋਕ ਜਿਨ੍ਹਾਂ ਦੀ ਮਹਿਮਾ ਵਰਣਨ ਕਰਨ ਵਿੱਚ ਨਹੀਂ ਆਉਂਦੀ, ਜੋ ਸਰਬ ਕੇ ਰਾਜੇ ਭਾਵ ਸਾਰਿਆਂ ਤੋਂ ਸ਼੍ਰੋਮਣੀ ਚੱਕਰਵਰਤੀ ਪਾਤਸ਼ਾਹ ਵੀ ਜਿਨ੍ਹਾਂ ਦਾ ਪਾਣੀ ਭਰਦੇ ਹਨ। ਪ੍ਰਭ ਸਿਮਰੈ ਸੁਖ ਵਾਸੀ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਦਾ ਨਿਵਾਸ ਸੁਖਾਂ ਵਿੱਚ ਹੁੰਦਾ। ਜਿਹੜੇ ਲੋਕ ਚਾਹੁੰਦੇ ਹਨ ਕਿ ਅਸੀਂ ਸੁਖੀ ਹੋ ਜਾਈਏ, ਉਹਨਾਂ ਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਕਿੰਨਾ ਕੁ? ਜਿੰਨਾ ਕੁ ਸੁਖ ਚਾਹੀਦਾ ਹੋਵੇ। ਮਨੁੱਖ ਚਾਹੁੰਦਾ ਸੁਖ ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਇਸੇ ਤਰ੍ਹਾਂ ਪ੍ਰਭੂ ਦੇ ਸੰਤ ਭਗਤ ਚਾਹੁੰਦੇ ਹਨ ਕਿ ਸੇਵਾ ਕਰਦਿਆਂ, ਦੁਨੀਆ ਦੇ ਕੰਮ ਧੰਦਿਆਂ ਵਿੱਚ ਸਮਾਂ ਦਿੰਦਿਆਂ, ਮਿੱਤਰਾਂ ਸੱਜਣਾ ਸੇਵਕਾਂ ਨੂੰ ਮਿਲਦਿਆਂ ਜਿਹੜਾ ਸਮਾਂ ਬਰਬਾਦ ਹੁੰਦਾ ਹੈ, ਹੇ ਵਾਹਿਗੁਰੂ ਐਸੀ ਕਿਰਪਾ ਕਰ ਕਿ ਇਸ ਸਮੇਂ ਵਿੱਚ ਵੀ ਤੇਰੀ ਯਾਦ ਸਾਨੂੰ ਨਾ ਭੁੱਲੇ। ਭਾਵ ਅਸੀਂ ਤੇਰੇ ਅਭਿਆਸ ਵਿੱਚ ਜੁੜੇ ਹੀ ਰਹੀਏ। ਜਿਹੜੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਹਮੇਸ਼ਾ ਸੁਖੀ ਵਸਦੇ ਹਨ। ਜਿਨ੍ਹਾਂ ਨੂੰ ਕੋਈ ਸਰੀਰਕ ਮਾਨਸਿਕ ਪੀੜਾ ਹੋਵੇ ਉਹ ਸਿਮਰਨ ਵਿੱਚ ਲੱਗਣ ਤਾਂ ਸदैवी ਸੁਖੀ ਹੋ ਜਾਣਗੇ। ਪ੍ਰਭ ਕਾ ਸਿਮਰਹਿ ਸਦਾ ਅਬਿਨਾਸੀ। ਜਿਹੜੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਅਬਿਨਾਸੀ, ਨਾਸ਼ ਤੋਂ ਰਹਿਤ ਹੋ ਜਾਂਦੇ ਹਨ। ਭਾਵ ਉਹਨਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਨਾਸ਼ ਨੂੰ ਪ੍ਰਾਪਤ ਨਹੀਂ ਹੁੰਦੇ। ਉਹਨਾਂ ਦੀ ਹਸਤੀ ਸਦਾ ਕਾਇਮ ਰਹਿੰਦੀ ਹੈ। ਭਾਵੇਂ ਸਤਜੁਗ ਵਿੱਚ ਕਿਸੇ ਨੇ ਤਪੱਸਿਆ ਕੀਤੀ, ਭਾਵੇਂ ਦੁਆਪਰ ਤ੍ਰੇਤਾ ਵਿੱਚ ਕੀਤੀ ਤੇ ਭਾਵੇਂ ਕਲਯੁਗ ਵਿੱਚ ਕਰ ਰਿਹਾ ਹੈ, ਚਵਾਂ ਯੁੱਗਾਂ ਤੱਕ ਲੋਕ ਉਹਨਾਂ ਦੇ ਗੀਤ ਗਾਉਂਦੇ ਹਨ। ਯਾਦ ਕਰ ਕਰਕੇ ਉਹਨਾਂ ਦਾ ਜਸ ਗਾਇਨ ਕੀਤਾ ਜਾਂਦਾ ਹੈ। ਪੰਚਮ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ, ਹਜ਼ੂਰ ਮਹਾਰਾਜ ਅਸੀਂ ਕਿਵੇਂ ਪ੍ਰਮਾਤਮਾ ਦਾ ਸਿਮਰਨ ਕਰੀਏ, ਕੋਈ ਉਦਾਹਰਨ ਦਿਓ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਜਿਵੇਂ ਭਾਈ ਧਰੂ ਭਗਤ ਨੇ 5 ਵਰ੍ਹਿਆਂ ਦੀ ਉਮਰ ਵਿੱਚ ਪ੍ਰਭੂ ਦਾ ਸਿਮਰਨ ਕੀਤਾ ਸੀ, ਤਿਵੇਂ ਤੁਸੀਂ ਵੀ ਪ੍ਰਭੂ ਦਾ ਸਿਮਰਨ ਕਰੋ। ਮਹਾਰਾਜ ਧਰੂ ਨੇ ਕਿਵੇਂ ਸਿਮਰਨ ਕੀਤਾ ਸੀ? ਤਾਂ ਉਸੇ ਵੇਲੇ ਲਾਗੇ ਬੈਠੇ ਹੋਏ ਭਾਈ ਗੁਰਦਾਸ ਜੀ ਵੱਲ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਤਾਂ ਭਾਈ ਗੁਰਦਾਸ ਜੀ ਬੋਲੇ, ਧਰੂ ਹੱਸਦਾ ਘਰੇ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਇੱਕ ਦਿਨ ਦੀ ਕਥਾ ਹੈ ਕਿ ਉਤਾਨਪਾਦ ਰਾਜਾ ਜਿਹੜਾ ਸੀ ਆਪਣੇ ਸਿੰਘਾਸਣ ਤੇ ਬੈਠਾ ਹੋਇਆ ਉੱਠ ਕੇ ਅਚਾਨਕ ਘਰ ਵਿੱਚ ਆ ਗਿਆ ਤੇ ਘਰ ਜਿਹੜਾ ਸੋਹਣਾ ਆਸਣ ਸੀ ਬਹਿਣ ਵਾਲਾ ਮਹਾਰਾਜੇ ਦਾ, ਉੱਥੇ ਬੈਠ ਗਿਆ। ਉੱਥੇ ਇਸ ਦੇ ਪੁੱਤਰ ਖੇਡ ਰਹੇ ਸਨ। ਉਹਨਾਂ ਵਿੱਚੋਂ ਖੇਡਦਿਆਂ ਖੇਡਦਿਆਂ ਬਾਹਰੋਂ ਧਰੂ ਅਜੇ ਛੋਟੀ ਜੀ ਉਮਰ ਦਾ ਸੀ, ਉਹਨੇ ਵੇਖਿਆ ਮੇਰਾ ਪਿਤਾ ਘਰ ਵਿੱਚ ਆਇਆ ਹੈ, ਜਾ ਕੇ ਪਿਤਾ ਦੇ ਗੋਦੀ ਵਿੱਚ ਬੈਠ ਗਿਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਪਿਓ ਨੇ ਕੁਛੜ ਚੁੱਕ ਲਿਆ, ਬੜਾ ਪਿਆਰ ਵਿਖਾਇਆ। ਪਰ ਇੰਨੇ ਚਿਰ ਨੂੰ ਧਰੂ ਦੀ ਮਤਰੇਈ ਮਾਂ ਨੇ ਕੀ ਵੇਖਿਆ
ਕਿ ਮੇਰੇ ਪੁੱਤਰ ਨੂੰ ਛੱਡ ਕੇ ਦੂਸਰੇ ਪੁੱਤਰ ਨੂੰ ਗੋਦੀ ਚੁੱਕ ਲਿਆ। ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਮਾਂ ਨੂੰ ਗੁੱਸਾ ਆਇਆ, ਰੋਸ ਵਿੱਚ ਆ ਕੇ ਰੋਹ ਵਿੱਚ ਭਰੀ ਨੇ ਧਰੂ ਨੂੰ ਬਾਂਹ ਤੋਂ ਫੜ ਕੇ ਗੋਦੀ ਵਿੱਚੋਂ ਝੰਜੋੜਿਆ, ਉਠਾ ਦਿੱਤਾ। ਤੇ ਨਾਲ ਇੱਕ ਇਹ ਵੀ ਗੱਲ ਕਹੀ ਵੀ ਜੇ ਤੂੰ ਇਸ ਗੋਦੀ ਵਿੱਚ ਬਹਿਣਾ ਸੀ ਤੇ ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਡੱਡੋ ਨਿੱਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿ ਸਰੀਤਾ। ਦੁਸਕਦਾ ਹੋਇਆ, ਰੋਂਦਾ ਹੋਇਆ, ਨਿੰਮੋ ਝੂਣਾ ਜਿਹਾ ਹੋਇਆ ਧਰੂ ਆਪਣੀ ਮਾਂ ਕੋਲ ਚਲਾ ਗਿਆ। ਜਾ ਕੇ ਰੋ ਕੇ ਸਾਰੀ ਗੱਲ ਦੱਸੀ। ਮਾਂ ਨੇ ਆਪਣੇ ਪੱਲੇ ਨਾਲ ਪੁੱਤਰ ਦੇ ਆਂਸੂ ਪੂੰਝੇ, ਗੋਦੀ ਵਿੱਚ ਲਿਆ, ਮੱਥਾ ਚੁੰਮਿਆ, ਸਿਰ ਤੇ ਹੱਥ ਫੇਰਿਆ, ਸਾਰੀ ਵਾਰਤਾ ਪੁੱਛੀ। ਤਾਂ ਧਰੂ ਨੇ ਕਿਹਾ, ਮਾਂ ਇੱਕ ਗੱਲ ਪੁੱਛਦਾ ਹਾਂ, ਤੂੰ ਰਾਜੇ ਦੀ ਰਾਣੀ ਹੈ ਕਿ ਰਾਜੇ ਦੀ ਗੋਲੀ ਹੈ। ਜਿਸ ਵੇਲੇ ਧਰੂ ਭਗਤ ਨੇ ਪ੍ਰਸ਼ਨ ਕੀਤਾ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜੇ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੋ ਨਿੱਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿ ਸਰੀਤਾ। ਸੁਆਣੀ ਹਾਂ ਮੈਂ ਜਨਮ ਦੀ, ਨਾਮ ਨ ਭਗਤੀ ਕਰਮ ਦੜੀਤਾ। ਅੱਗੋਂ ਮਾਂ ਨੇ ਕਿਹਾ ਧਰੂ ਨੂੰ, ਪੁੱਤਰਾ ਹਾਂ ਤੇ ਮੈਂ ਸੁਆਣੀ, ਪਰ ਇੱਕ ਮੇਰੇ ਵਿੱਚ ਦੋਸ਼ ਹੈ ਕਿ ਮੈਂ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਪ੍ਰਭੂ ਦੀ ਭਗਤੀ ਨਹੀਂ ਕੀਤੀ। ਇਸ ਵਾਸਤੇ ਇਸ ਘਰ ਵਿੱਚ ਮੇਰੀ ਇਹ ਹਾਲਤ ਹੈ। ਤਾਂ ਫਿਰ ਧਰੂ ਨੇ ਸੋਚਿਆ ਵੀ ਜਿਸ ਘਰ ਵਿੱਚ ਹੁਣੇ ਹੀ ਇਹ ਹਾਲ ਹੈ ਤੇ ਵੱਡੇ ਹੋਏ ਨੂੰ ਮੈਨੂੰ ਪਿਤਾ ਦੀ ਰਾਜਗੱਦੀ ਥੋੜੀ ਨਸੀਬ ਹੋਣੀ ਹੈ। ਕਿਸੇ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਮਨ ਮੀਤਾ। ਤਾਂ ਧਰੂ ਭਗਤ ਨੇ ਮਾਂ ਨੂੰ ਪੁੱਛਿਆ, ਮਾਂ ਇਹ ਉਪਾਅ ਦੱਸ ਵੀ ਮੈਂ ਰਾਜਾ ਕਿਵੇਂ ਬਣ ਸਕਦਾ ਹਾਂ। ਮੈਂ ਅਪਮਾਨ ਦਾ ਜੀਵਨ ਨਹੀਂ ਜਿਉਣਾ, ਮੇਰਾ ਜਿਹੜਾ ਨਿਰਾਦਰ ਹੋਇਆ ਹੈ ਇਹ ਮੇਰੇ ਤੋਂ ਸਹਿਨ ਨਹੀਂ ਹੁੰਦਾ। ਕੋਈ ਉਪਾਅ ਹੈ, ਕੋਈ ਤਰੀਕਾ ਹੈ ਜਿਸ ਨਾਲ ਮੈਂ ਰਾਜਾ ਬਣ ਸਕਾਂ। ਤਾਂ ਮਾਂ ਨੇ ਕਿਹਾ, ਪੁੱਤਰਾ ਇੱਥੋਂ ਦੇ ਰਾਜ ਦੀ ਕੀ ਗੱਲ ਕਰਦਾ, ਇਸ ਗੱਲ ਦਾ ਮੈਨੂੰ ਪਤਾ, ਸਤਸੰਗਤ ਵਿੱਚ ਮੈਂ ਕਦੇ ਕਦੇ ਜਾਂਦੀ ਹਾਂ। ਭਈ ਭਾਵੇਂ ਤੂੰ ਵਾਹਿਗੁਰੂ ਦੇ ਦੇਸ਼ ਦਾ ਰਾਜਾ ਬਣ ਜਾ, ਪਰਮੇਸ਼ਰ ਆਰਾਧੀਐ, ਜਿੰਦੂ ਹੋਈਏ ਪਤਿਤ ਪੁਨੀਤਾ। ਜੇ ਪਰਮੇਸ਼ਰ ਦੀ ਆਰਾਧਨਾ ਕੀਤੀ ਜਾਵੇ, ਪ੍ਰਭੂ ਦੀ ਭਗਤੀ ਕੀਤੀ ਜਾਵੇ, ਤਾਂ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ, ਉਹਨਾਂ ਤੇ ਵੀ ਮਾਲਕ ਬਖਸ਼ਿਸ਼ ਕਰ ਦਿੰਦਾ ਹੈ। ਧਰੂ ਨੂੰ ਵੈਰਾਗ ਹੋ ਗਿਆ। ਮਾਤਾ ਦੀ ਸਿੱਖਿਆ ਨੇ ਬੜਾ ਅਸਰ ਕੀਤਾ। ਉਸੇ ਵੇਲੇ ਧਰੂ ਭਗਤ ਬਾਹਰ ਚੱਲਿਆ ਕਰਨ ਤਪ, ਤਪੱਸਿਆ ਕਰਨ ਵਾਸਤੇ ਤੁਰ ਪਿਆ ਕਿ ਮੈਂ ਹੁਣ ਪ੍ਰਭੂ ਦਾ ਸਿਮਰਨ ਕਰਨਾ ਹੈ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਵੈਰਾਗਵਾਨ ਹੋ ਕੇ, ਅਤੀਤ ਹੋ ਕੇ, ਸਾਧੂ ਬਣ ਕੇ ਚੱਲ ਪਿਆ। ਰਾਹ ਦੇ ਵਿੱਚ ਹੁਣ ਪਰਖ ਵਾਸਤੇ ਨਾਰਦ ਮੁਨੀ ਜੀ ਮਿਲ ਪਏ। ਨਾਰਦ ਮੁਨੀ ਨੇ ਬੜਾ ਡਰਾਇਆ, ਧਮਕਾਇਆ ਤੇ ਹੁਣੇ ਘਰੋਂ ਨਿਕਲ ਕੇ ਤੁਰ ਪਿਆ। ਬਾਹਰ ਜਾਂਦਿਆਂ ਜੇ ਕਿਸੇ ਸ਼ੇਰ ਨੇ ਝਪਟ ਮਾਰੀ, ਬਘਿਆੜ ਨੇ ਚੱਬ ਜਾਣਾ ਤੈਨੂੰ। ਜੰਗਲ ਦੇ ਜਾਨਵਰ ਹਨ, ਸੱਪ, ਠੂਹੇ, ਬਿੱਛੂ, ਨਾ ਰਹਿਣ ਨੂੰ ਥਾਂ ਮਕਾਮ ਕੋਈ, ਨਾ ਖਾਣ ਪੀਣ ਵਾਸਤੇ, ਨਾ ਕਿ ਉੱਤੇ ਕੱਪੜਾ ਲੈਣ ਨੂੰ। ਬਰਖਾ, ਸਰਦੀ, ਗਰਮੀ ਸਰੀਰ ਤੇ ਝੱਲਣੀ ਪਵੇਗੀ, ਕਿਵੇਂ ਜੀਵੇਂਗਾ, ਮੁੜ ਜਾ ਪਿਛਾਂ। ਧਰੂ ਨੇ ਕਿਹਾ, ਪਿਛਾਤ ਨਹੀਂ ਮੁੜਨਾ, ਕਰਨੀ ਤਪੱਸਿਆ ਹੈ। ਰਿਸ਼ੀ ਜੀ ਮੇਰਾ ਸਾਥ ਦਿਓ, ਮੈਨੂੰ ਸਗੋਂ ਡਰਾਓ ਨਾ। ਧਰੂ ਨੇ ਕਿਹਾ। ਨਾਰਦ ਮੁਨੀ ਨੇ ਸੁਣ ਕੇ ਮਨ ਵਿੱਚ ਪ੍ਰਸੰਨਤਾ ਪਾਈ ਕਿ ਨਿਸ਼ਚਾ ਇਸ ਦਾ ਪ੍ਰਪੱਕ ਹੈ। ਜਿਸ ਦਾ ਦ੍ਰਿੜ ਨਿਸ਼ਚਾ ਸੰਤ ਵੇਖਦੇ ਹਨ, ਉਸੇ ਨੂੰ ਪਰਮਾਰਥ ਦਾ ਉਪਦੇਸ਼ ਦਿੰਦੇ ਹਨ। ਜਿਸ ਦਾ ਨਿਸ਼ਚਾ ਹੀ ਦ੍ਰਿੜ ਨਹੀਂ ਹੈ,
ਉਸਨੇ ਉਪਦੇਸ਼ ਵੀ ਕੀ ਕਮਾਉਣਾ ਹੈ। ਜਦੋਂ ਦ੍ਰਿੜ ਨਿਸ਼ਚਾ ਵੇਖਿਆ ਤਾਂ ਨਾਰਦ ਮੁਨੀ ਉਪਦੇਸਿਆ। ਨਾਰਦ ਮੁਨੀ ਨੇ ਉਪਦੇਸ਼ ਦੇ ਦਿੱਤਾ, ਮੰਤਰ ਦੇ ਦਿੱਤਾ। ਧਰੂ ਨੇ ਨਾਰਦ ਨੂੰ ਗੁਰੂ ਧਾਰਨ ਕਰ ਲਿਆ। ਨਾਮ ਨਿਧਾਨ ਅੰਮ੍ਰਿਉ ਰਸ ਪੀਤਾ। ਫਿਰ ਨਾਮ ਜਪਿਆ ਜੋ ਸਾਰੇ ਸੁਖਾਂ ਦਾ ਘਰ ਹੈ। ਨਾਮ ਅੰਮ੍ਰਿਤ ਵਿੱਚੋਂ ਬੜਾ ਭਾਰੀ ਸਵਾਦ ਆਇਆ। ਅਜੇ ਨਾਮ ਜਪਣ ਲੱਗਾ ਹੀ ਸੀ ਤਾਂ ਉਸ ਦਾ ਇਹ ਅਸਰ ਹੋਇਆ, ਉਤਾਨ ਪਾਦ ਦਾ ਮਨ ਉਚਾਟ ਹੋ ਗਿਆ। ਸੁਰਤ ਵਾਰ-ਵਾਰ ਪੁੱਤਰ ਵਿੱਚ ਜਾ ਰਹੀ ਹੈ। ਵਜ਼ੀਰਾਂ ਨੂੰ ਬੁਲਾਇਆ, ਜੋਤਸ਼ੀਆਂ ਨੂੰ ਸੱਦਿਆ। ਵਜ਼ੀਰਾਂ ਨੇ ਦੱਸਿਆ, ਮਹਾਰਾਜ ਉਹਦਾ ਅਪਮਾਨ ਹੋਇਆ, ਇਸ ਵਾਸਤੇ ਬਾਲਕਾ ਚਲਾ ਗਿਆ। ਫਿਰ ਵੀ ਰਾਜੇ ਦਾ ਪੁੱਤਰ ਸੀ, ਅਪਮਾਨ ਸਹਿਨ ਨਹੀਂ ਕਰ ਸਕਿਆ। ਵਜ਼ੀਰਾਂ ਨੂੰ ਕਿਹਾ, ਜਾਓ ਜਾ ਕੇ ਲੈ ਆਓ ਉਸਨੂੰ, ਉਹਦਾ ਹੁਣੇ ਅਪਮਾਨ ਨਹੀਂ ਹੋਵੇਗਾ। ਵਜ਼ੀਰਾਂ ਨੇ ਜਿਸ ਵੇਲੇ ਜਾ ਕੇ ਬੇਨਤੀ ਕੀਤੀ, ਧਰੂ ਨੇ ਇਨਕਾਰ ਕਰ ਦਿੱਤਾ। ਉਹਨੇ ਕਿਹਾ, ਨਹੀਂ, ਮੈਨੂੰ ਹੁਣ ਸਨਮਾਨ ਦੀ ਵੀ ਲੋੜ ਨਹੀਂ। ਰਾਜੇ ਨੇ ਕਿਹਾ, ਇਸ ਨੂੰ ਆਪਾਂ ਅੱਧਾ ਰਾਜ ਦੇ ਦਿੰਦੇ ਹਾਂ। ਧਰੂ ਨੂੰ ਮੰਤਰੀ ਕਹਿੰਦੇ, ਅੱਧਾ ਰਾਜ ਲੈ ਲੈ। ਕਹਿੰਦਾ, ਅੱਧਾ ਨਹੀਂ ਲੈਣਾ, ਲੈਣਾ ਤੇ ਸਾਰਾ ਹੀ ਲੈਣਾ। ਜਿਸ ਵੇਲੇ ਧਰੂ ਦਾ ਤਿਆਗ ਵੇਖਿਆ ਤੇ ਉਤਾਨਪਾਦ ਸਾਰਾ ਰਾਜ ਦੇਣ ਲਈ ਤਿਆਰ ਹੋਇਆ। ਭੇਜ ਦਿੱਤਾ ਵਜ਼ੀਰਾਂ ਨੂੰ, ਜਾਓ ਜਾ ਕੇ ਲਿਆਓ ਧਰੂ ਨੂੰ। ਰਾਜ ਦਾ ਤਿਲਕ ਦੇ ਦਿੱਤਾ ਗਿਆ। ਆਪ ਰਾਜਾ ਉਤਾਨਪਾਦ ਜੰਗਲਾਂ ਵਿੱਚ ਤਪੱਸਿਆ ਕਰਨ ਵਾਸਤੇ ਸੰਨਿਆਸੀ ਬਣ ਕੇ ਚਲਾ ਗਿਆ। ਧਰੂ ਨੇ 36,000 ਵਰਾ ਆਪਣੇ ਪਿਓ ਦੀ ਗੱਦੀ ਤੇ ਬੈਠ ਕੇ ਰਾਜ ਕਰਨ ਦਾ ਸਾਰਾ ਕੰਮ ਸੰਭਿਆ। ਪਰ ਉਸ ਸਮੇਂ ਨੂੰ ਚੇਤੇ ਕਰਦਾ ਵੀ ਜਿਹੜਾ ਉਸ ਜੰਗਲ ਵਿੱਚ ਬਹਿ ਕੇ ਤਪੱਸਿਆ ਕਰਨ ਦਾ ਆਨੰਦ ਸੀ, ਉਹ ਇੱਥੇ ਆਨੰਦ ਪ੍ਰਾਪਤ ਨਹੀਂ। ਪਰ ਤਮੰਨਾ ਸੀ ਨਿਰੰਕਾਰ ਨੇ ਪੂਰੀ ਕਰ ਦਿੱਤੀ ਹੈ। ਹੁਣ ਪੁੱਤਰ ਮੇਰਾ ਹੋਣਹਾਰ ਹੋ ਗਿਆ ਹੈ। ਆਪਣੇ ਸੁਪੁੱਤਰ ਨੂੰ ਧਰੂ ਭਗਤ ਨੇ ਰਾਜਗੱਦੀ ਦੇ ਦਿੱਤੀ ਤੇ ਆਪ ਫਿਰ ਜੰਗਲ 'ਚ ਜਾ ਕੇ ਤਪ ਲੱਗਾ ਕਰਨ। ਇਸ ਦੀ ਤਪੱਸਿਆ ਤੇ ਫਿਰ ਵਿਸ਼ਨੂੰ ਦਾ ਸਿੰਘਾਸਨ ਡੋਲਿਆ। ਰਾਮ ਜਨਾਂ ਨੂੰ ਭੇਜਿਆ, ਜਾਓ ਵੇਖੋ ਕੈਸਾ ਉਗਰ ਤਪ ਕੌਣ ਕਰ ਰਿਹਾ। ਉਹਨਾਂ ਨੇ ਆ ਕੇ ਦੱਸਿਆ, ਮਹਾਰਾਜ ਧਰੂ ਕਰ ਰਿਹਾ ਹੈ। ਕੀ ਮੰਗਦਾ ਹੈ? ਉਹ ਪ੍ਰਲੋਕ ਦਾ ਰਾਜ ਮੰਗਦਾ ਹੈ। ਭਈ ਤਪੱਸਿਆ ਤੇ ਇਸ ਦੀ ਐਸੀ ਹੀ ਹੈ। ਜਾਓ ਵਿਵਾਨ ਵਿੱਚ ਬਿਠਾ ਕੇ ਲੈ ਆਓ। ਵਿਵਾਨ ਵਿੱਚ ਬਿਠਾ ਕੇ ਧਰੂ ਭਗਤ ਨੂੰ ਸ੍ਰੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਲਿਜਾਇਆ ਗਿਆ। ਅਜੇ ਤੱਕ ਧਰੂ ਭਗਤ ਸ੍ਰੀ ਪਰਮੇਸ਼ਰ ਦੇ ਦਰਵਾਜ਼ੇ ਦੇ ਮੂਹਰੇ ਆਪਣਾ ਆਸ਼ਰਮ ਵਸਾ ਕੇ ਬੈਠਾ ਹੋਇਆ ਤਪ ਕਰ ਰਿਹਾ ਤੇ ਸਮੂਹ ਬ੍ਰਹਿਮੰਡ ਧਰੂ ਭਗਤ ਦੀ ਪਰਿਕਰਮਾ ਕਰਦਾ ਹੈ। ਬਾਕੀ ਸਾਰੇ ਤਾਰੇ ਗ੍ਰਹਿ ਨਛੱਤਰ ਦੁਆਲੇ ਦੁਆਲੇ ਘੁੰਮਦੇ, ਧਰੂ ਤਾਰਾ ਅਟਲ ਖੜਾ ਹੈ। ਸੋ ਨਾਮ ਦੇ ਪ੍ਰਤਾਪ ਕਰਕੇ ਇੰਨੀ ਵੱਡੀ ਪਦਵੀ ਧਰੂ ਭਗਤ ਨੂੰ ਪ੍ਰਾਪਤ ਹੋਈ। ਇਸੇ ਪ੍ਰਕਾਰ ਪ੍ਰਹਿਲਾਦ ਭਗਤ ਨੂੰ ਬੜੀ ਵੱਡੀ ਵਡਿਆਈ ਪ੍ਰਾਪਤ ਹੋਈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪੰਚਮ ਪਾਤਸ਼ਾਹ ਜੀ ਸਿੱਖਾਂ ਨੂੰ ਇਹ ਕਥਾ ਸੁਣਾ ਕੇ ਸਿੱਧੇ ਰਾਹ ਪਾ ਰਹੇ ਹਨ ਕਿ ਜਿਵੇਂ 5 ਵਰਿਆਂ ਦੇ ਧਰੂ ਨੇ ਪ੍ਰਭੂ ਦਾ ਭਜਨ ਕੀਤਾ, ਜਿਵੇਂ ਛੋਟੀ ਅਰਬਲਾ ਅੰਦਰ 5 ਵਰਿਆਂ ਦੇ ਪ੍ਰਹਲਾਦ ਦੀ ਪ੍ਰੀਖਿਆ ਲਈ ਗਈ ਤਾਂ ਪ੍ਰੀਖਿਆ ਵਿੱਚੋਂ ਪ੍ਰਹਿਲਾਦ ਪਾਰ ਹੋਇਆ, ਪਾਸ ਹੋ ਗਿਆ। ਇਸੇ ਪ੍ਰਕਾਰ ਗੁਰੂ ਕੇ ਸਿੱਖੋ, ਤੁਸੀਂ ਧਰੂ ਵਾਂਗੂ ਭਜਨ ਕਰਿਆ ਕਰੋ, ਪ੍ਰਹਲਾਦ ਵਾਂਗੂ ਨਿਰ ਡਰ ਹੋ ਕੇ, ਨਿਰਭੈ ਹੋ ਕੇ, ਕਿਸੇ ਦੇ ਡਰ ਤੋਂ ਰਹਿਤ ਹੋ ਕੇ ਪ੍ਰਮਾਤਮਾ ਦੀ ਬੰਦਗੀ ਕਰਿਆ ਕਰੋ। ਜੇ ਕੋਈ ਤੁਹਾਡੀ ਬੰਦਗੀ ਵਿੱਚ ਵਿਘਨ ਪਾਵੇਗਾ ਤੇ ਆਪੇ ਸ੍ਰੀ ਪਰਮੇਸ਼ਰ ਉਸ ਨੂੰ ਰਾਹ ਵਿੱਚੋਂ ਲਾਂਭੇ ਕਰ ਦੇਵੇਗਾ। ਪ੍ਰਹਲਾਦ ਦੀ ਬੰਦਗੀ ਵਿੱਚ ਵਿਘਨ ਪਾਇਆ, ਇਸ ਦਾ ਪਿਓ ਹੀ ਸ਼ਰੀਕ ਬਣ ਗਿਆ ਤਾਂ ਨਰਸਿੰਘ ਰੂਪ ਧਾਰਨ ਕਰਕੇ ਉਸ ਨੂੰ ਮਾਰਨਾ ਪਿਆ। ਹਰ ਨਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ।
ਸੋ ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਹਨ, ਪ੍ਰਭ ਕਾ ਸਿਮਰਹਿ ਸਦਾ ਅਬਿਨਾਸੀ। ਜੋ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਹਮੇਸ਼ਾ ਅਬਿਨਾਸੀ, ਨਾਸ ਤੋਂ ਰਹਿਤ ਹੋ ਜਾਂਦੇ ਹਨ। ਸਿਮਰਨ ਤੇ ਲਾਗੇ ਜਿਨ ਆਪੇ ਦਇਆਲਾ। ਸਿਮਰਨ ਤੇ ਲਾਗੇ, ਸਿਮਰਨ ਤੇ ਉਹ ਲੱਗੇ ਹਨ, ਸਿਮਰਨ ਕਰਨ ਉਹ ਬੰਦੇ ਲੱਗੇ ਹਨ ਜਿਨ੍ਹਾਂ ਉੱਤੇ ਆਪ ਵਾਹਿਗੁਰੂ ਦਇਆਵਾਨ ਹੋਇਆ ਹੈ। ਭਾਵ ਜਿਸ ਤੇ ਆਪ ਨਿਰੰਕਾਰ ਦੀ ਕਿਰਪਾ ਹੈ ਉਹ ਸਿਮਰਨ ਕਰਦਾ ਹੈ। ਫਿਰ ਸਿਮਰਨ ਕਰਦਿਆਂ ਉਸ ਨੂੰ ਅਨੇਕਾਂ ਅਖਿਆਈਆਂ ਆਉਂਦੀਆਂ ਹਨ। ਉਹਨਾਂ ਅਖਿਆਈਆਂ ਦੇ ਵਿੱਚੋਂ ਦੀ ਲੰਘਦਾ ਹੋਇਆ ਵੀ ਜੋ ਪ੍ਰਭੂ ਦਾ ਸਿਮਰਨ ਨਹੀਂ ਤਿਆਗਦਾ ਉਹ ਮੰਜ਼ਿਲ ਤੇ ਪੁੱਜਦਾ ਹੈ। ਨਾਨਕ ਜਨ ਕੀ ਮੰਗਰ ਵਾਲਾ। ਜਿਹੜੇ ਐਸਾ ਪ੍ਰਭੂ ਦਾ ਸਿਮਰਨ ਕਰਨ ਵਾਲੇ ਹਨ, ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਮਹਾਰਾਜ ਐਸੇ ਸੰਤ ਜਨਾਂ ਦੀ ਰਵਾਲ ਚਰਨ ਧੂੜੀ ਲੋੜਦੇ ਹਨ। ਭਾਵ ਨਿਮਰਤਾ ਵਿਖਾਉਂਦੇ ਹਨ ਕਿ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਉਹਨਾਂ ਦੀ ਭਾਈ ਅਸੀਂ ਧੂੜੀ ਮੰਗਦੇ ਹਾਂ। ਪ੍ਰਭ ਕਾ ਸਿਮਰਹਿ ਸੇ ਪਰ ਉਪਕਾਰੀ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਦਾ ਸੁਭਾਅ ਬਦਲ ਜਾਂਦਾ, ਉਹਨਾਂ ਦਾ ਸੁਭਾਅ ਪਰਉਪਕਾਰੀ ਬਣ ਜਾਂਦਾ ਹੈ। ਦੂਜਿਆਂ ਤੇ ਵੀ ਉਪਕਾਰ ਕਰਨਾ। ਤਨ ਧਾਰਕ ਨਾ ਉਪਕਾਰ ਕਰੇ ਅਰ ਰਾਗ ਪਰਾਗ ਨਿਰੂਪ ਨਿਹਾਰੇ। ਤਨ ਧਾਰੇ ਦਾ ਤਦ ਹੀ ਲਾਭ ਹੈ ਜੇ ਪਰਉਪਕਾਰੀ ਹੋਵੇ। ਸੋ ਅਨੇਕਾਂ ਜੀਵਾਂ ਦੀ ਕਲਿਆਣ ਕਰ ਦਿੰਦੇ ਹਨ, ਦੁਨੀਆ ਦੇ ਦੁੱਖਾਂ ਤੋਂ ਬਚਾਉਂਦੇ ਹਨ ਅਤੇ ਪਰਲੋਕ ਦੇ ਦੁੱਖਾਂ ਤੋਂ ਬਚਾਉਣ ਵਾਸਤੇ ਵੀ ਉਹਨਾਂ ਨੂੰ ਪਰਮਾਰਥ ਦਾ ਸਿੱਧਾ ਰਾਹ ਦੱਸਦੇ ਹਨ। ਪ੍ਰਭ ਕਾ ਸਿਮਰਹਿ ਤੇਨਾ ਸਦ ਬਲਿਹਾਰੀ। ਜੋ ਪ੍ਰਭੂ ਦਾ ਸਿਮਰਨ ਕਰਨ ਵਾਲੇ ਹਨ ਉਹਨਾਂ ਤੋਂ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਅਸੀਂ ਸਦਾ ਸਦਾ ਬਲਹਾਰ ਜਾਂਦੇ ਹਾਂ, ਭਾਵ ਕੁਰਬਾਨ ਜਾਂਦੇ ਹਾਂ। ਪ੍ਰਭ ਕਾ ਸਿਮਰਹਿ ਸੇ ਮੁਖ ਸੁਹਾਵੇ। ਜਿਹੜੇ ਪ੍ਰਭੂ ਦਾ ਸਿਮਰਨ ਕਰਨ ਵਾਲੇ ਹਨ ਉਹ ਮੂੰਹ ਸੋਹਣੇ ਹਨ, ਉਹਨਾਂ ਦੇ ਮੁਖ ਜਿਹੜੇ ਹਨ ਸੁਹਾਵਣੇ ਹਨ। ਜਿਵੇਂ ਇੱਕ ਥਾਂ ਬਚਨ ਆਇਆ, ਤਿੰਨਾ ਮੁਖ ਡਰਾਵਣੇ। ਜਿਹੜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਦੇ ਮੂੰਹ ਡਰਾਉਣੇ ਹਨ, ਭੂਤਨਿਆਂ ਵਾਂਗੂ ਉਹਨਾਂ ਤੋਂ ਡਰ ਆਉਂਦਾ ਹੈ। ਪਰ ਜਿਹੜੇ ਵਾਹਿਗੁਰੂ ਦਾ ਭਜਨ ਕਰਨ ਵਾਲੇ ਲੋਕ ਉਹਨਾਂ ਵੱਲ ਵੇਂਦੇ ਹੀ ਰਹਿੰਦੇ ਹਨ, ਦਰਸ਼ਨ ਕਰਦੇ ਹੋਏ ਰੱਜਦੇ ਨਹੀਂ ਹਨ। ਸੇ ਮੁਖ ਸੁਹਾਵੇ, ਉਹ ਮੂੰਹ ਸੋਭਨੀਕ ਹਨ। ਪ੍ਰਭ ਕਾ ਸਿਮਰਹਿ ਤੇਨਾ ਸੁਖ ਬਿਹਾਵਾ। ਜੋ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਦੀ ਉਮਰਾ ਸੁਖ ਵਿੱਚ ਬਤੀਤ ਹੁੰਦੀ ਹੈ। ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੈ। ਉਹਨਾਂ ਦੀ ਆਰਬਲਾ ਜਿਹੜੀ ਬਾਕੀ ਰਹਿੰਦੀ ਹੈ ਸੁਖ ਪੂਰਵਕ ਗੁਜ਼ਰਦੀ ਹੈ। ਪ੍ਰਭ ਕਾ ਸਿਮਰਹਿ ਤਿਨ ਆਤਮ ਜੀਤਾ। ਆਤਮ ਕਹਿੰਦੇ ਮਨ ਨੂੰ। ਇਹ ਮਨ ਬਾਂਦਰ ਦੀ ਤਰ੍ਹਾਂ ਵਸ ਵਿੱਚ ਨਹੀਂ ਆਉਂਦਾ। ਜਿਵੇਂ ਪਿੱਪਲ ਦੀ ਟੀਸੀ ਦਾ ਪੱਤਾ ਹਿੱਲਦਾ ਰਹਿੰਦਾ ਹੈ, ਜਿਵੇਂ ਬਿਜਲੀ ਬੜੀ ਚੰਚਲ ਮੰਨੀ ਹੈ, ਜਿਵੇਂ ਦੀਵੇ ਦੀ ਲਾਟ ਪੰਡਿਤ ਅਨਾਥ ਜੀ ਕਹਿੰਦੇ ਇੱਕ ਟੱਕ ਨਹੀਂ ਰਹਿੰਦੀ, ਕਦੀ ਵੱਡੀ ਕਦੀ ਛੋਟੀ ਹੁੰਦੀ ਹੈ। ਇਸੇ ਪ੍ਰਕਾਰ ਜਿਹੜਾ ਇਹ ਮਨ ਹੈ ਇਹ ਬਿਜਲੀ ਨਾਲੋਂ ਵੀ, ਬਾਂਦਰ ਨਾਲੋਂ ਵੀ ਤੇ ਪਿੱਪਲ ਦੀ ਟੀਸੀ ਤੇ ਹਿੱਲ ਰਿਹਾ ਪੱਤੇ ਨਾਲੋਂ ਵੀ ਅਤੇ ਹੋਰ ਕਈ ਦ੍ਰਿਸ਼ਟਾਂਤ ਪ੍ਰਮਾਣ ਦਿੰਦੇ ਉਹਨਾਂ ਨਾਲੋਂ ਵੀ ਚੰਚਲ ਹੈ। ਇਸ ਵਾਸਤੇ ਕਾਬੂ ਵਿੱਚ ਨਹੀਂ ਆਉਂਦਾ। ਇਹਦੇ ਕਾਬੂ ਕਰਨ ਦਾ ਇੱਕ ਹੀ ਉਪਾਅ ਹੈ। ਜਿਹੜੇ ਉਸ ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜ ਜਾਂਦੇ ਹਨ ਇਹਨੇ ਆਤਮ ਜੀਤਾ, ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਕੁਝ ਕਹਿੰਦਾ ਹੈ ਉਹ ਮਨ ਦੇ ਉਲਟ ਕਰਦੇ ਹਨ ਵੀ ਜੇ ਤੂੰ ਇਹ ਚਾਹੁੰਦਾ ਤੇ ਇਹ ਨਹੀਂ ਕੰਮ ਕਰਨ ਦੇਣਾ। ਇੱਕ ਸੰਤ ਜਾ ਰਿਹਾ ਸੀ ਕਿਨਾਰੇ ਕਿਨਾਰੇ ਨਦੀ ਦੇ,
ਅੰਮ੍ਰਿਤ ਵੇਲਾ ਹੋ ਗਿਆ ਤੇ ਸੰਤ ਜੀ ਨੇ ਵਿਚਾਰਿਆ ਵੀ ਹੁਣ ਇਸ਼ਨਾਨ ਕਰਨ ਦਾ ਸਮਾਂ ਹੈ, ਫਿਰ ਸਿਮਰਨ ਕਰਦੇ ਜਾਵਾਂਗੇ। ਤਾਂ ਮਨ ਨੇ ਕਿਹਾ ਵੀ ਠੰਡ ਲੱਗੇਗੀ, ਨਾ ਹੀ ਨਹਾ। ਤਾਂ ਉਸ ਸਾਧੂ ਨੇ ਵਿਚਾਰਿਆ ਅੱਜ ਇਹ ਨਹਾਉਣ ਤੋਂ ਦਲਿੱਦਰ ਕਰਦਾ, ਕੱਲ ਨੂੰ ਕੁਝ ਹੋਰ ਕੰਮ ਕਰਨਾ, ਉਹਦੇ ਤੋਂ ਦਲਿੱਦਰ ਕਰੂ ਵੀ ਪਾਠ ਹੀ ਕੀ ਕਰਨਾ, ਨਿਤਨੇਮ ਹੀ ਕੀ ਕਰਨਾ। ਉਹਨੇ ਸਣੇ ਕੱਪੜਿਆਂ ਦੇ ਛਾਲ ਮਾਰ ਦਿੱਤੀ, ਇਸ਼ਨਾਨ ਕਰਕੇ ਗਿੱਲੇ ਕੱਪੜਿਆਂ 'ਚ ਤੁਰਿਆ ਗਿਆ। ਭਾਵ ਇਸ ਮਨ ਦੇ ਵਿਪਰੀਤ ਚੱਲਦੇ ਹਨ ਜਿਹੜੇ ਸੰਤ ਹਨ। ਜਿਹੜੇ ਸਾਖਤ ਹਨ ਉਹ ਕਹਿੰਦੇ ਵੀ ਜੋ ਮਨ ਕਹਿੰਦਾ ਉਹ ਕਰ ਲਓ। ਜਿਹੜੇ ਸੰਤ ਹਨ ਉਹ ਕਹਿੰਦੇ ਜੇ ਤੇ ਮਨ ਚੰਗਾ ਕੰਮ ਕਹਿੰਦਾ ਤੇ ਕਰ ਲਓ, ਜੇ ਮਾੜਾ ਕਹਿੰਦਾ ਤੇ ਨਹੀਂ ਕਰਨਾ। ਇਸ ਦੇ ਉਲਟੇ ਨੂੰ ਗੋਡਾ ਵਾਓ, ਭਾਵ ਮਨ ਨੂੰ ਆਪਣੇ ਕਾਬੂ ਦੇ ਵਿੱਚ ਕਰਨਾ ਹੈ। ਤਨ ਆਤਮ ਜੀਤਾ, ਉਹਨਾਂ ਨੇ ਆਪਣੇ ਆਤਮ ਕਹੀਏ ਮਨ ਨੂੰ ਜਿੱਤ ਲਿਆ ਹੈ। ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ। ਜੋ ਪ੍ਰਭੂ ਦਾ ਸਿਮਰਨ ਕਰਨ ਵਾਲੇ ਹਨ ਉਹਨਾਂ ਦੀ ਰੀਤੀ ਬੜੀ ਪਵਿੱਤਰ ਹੈ, ਉਹਨਾਂ ਦੀ ਮਰਿਆਦਾ ਬੜੀ ਸ਼ੁੱਧ ਹੈ। ਉਹਨਾਂ ਦੇ ਜੀਵਨ ਦੇ ਗੁਣ ਜਿਹੜੇ ਹਨ ਉਹਨਾਂ ਨੂੰ ਵੇਖ ਕੇ ਸਾਖਤ ਲੋਕ ਵੀ ਪ੍ਰਭਾਵਿਤ ਹੋ ਜਾਂਦੇ ਹਨ। ਉਹਨਾਂ ਦੇ ਦੁਸ਼ਮਣ ਵੀ ਉਹਨਾਂ ਦੀ ਚੰਗਿਆਈ ਵੇਖ ਕੇ ਉਹਨਾਂ ਦੇ ਸੇਵਕ ਬਣ ਜਾਂਦੇ ਹਨ। ਉਹਨਾਂ ਦੇ ਨਿੰਦਕ ਵੀ ਆਪਣੀ ਰਸਨਾ ਤੋਂ ਉਹਨਾਂ ਦੀ ਮਹਿਮਾ ਕਰਨ ਲੱਗ ਪੈਂਦੇ ਹਨ। ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਉਹਨਾਂ ਦੀ ਰੀਤੀ ਪਵਿੱਤਰ ਹੋ ਜਾਂਦੀ ਹੈ। ਪ੍ਰਭ ਕਉ ਸਿਮਰਹਿ ਤਿਨ ਆਨੰਦਾ ਕਨੇਰੇ। ਜੋ ਪ੍ਰਾਣੀ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਕਿੰਨਾ ਕੁ ਆਨੰਦ ਆਉਂਦਾ ਹੈ, ਇਸ ਗੱਲ ਦਾ ਅੰਦਾਜ਼ਾ ਲਾ ਕੇ ਨਹੀਂ ਦੱਸਿਆ ਜਾ ਸਕਦਾ। ਤਿਨ ਆਨੰਦ ਕਨੇਰੇ, ਕਨੇਰੇ ਮਾਣੇ ਬਹੁਤੇ, ਘਣੇ ਆਨੰਦ ਦੀ ਪ੍ਰਾਪਤੀ ਹੁੰਦੀ, ਸੰਘਣਾ ਆਨੰਦ ਪ੍ਰਾਪਤ ਹੁੰਦਾ, ਸदैवी ਆਨੰਦ ਜੋ ਕਦੇ ਨਾਸ ਨੂੰ ਪ੍ਰਾਪਤ ਨਹੀਂ ਹੁੰਦਾ। ਇੱਕ ਆਨੰਦ ਘੜੀ ਦੀ ਘੜੀ ਸੁਖ ਦੇਣ ਵਾਲਾ ਛਿਨ ਭੰਗਰ ਸੁਖ ਹੈ। ਜਿਵੇਂ ਵਿਸ਼ਿਆਂ ਦੇ ਸੁਖ ਛਿਨ ਭੰਗਰ ਮੰਨੇ ਹਨ। ਜਿੰਨਾ ਚਿਰ ਪਰਚੇ ਰਹੋ ਉਹਨਾਂ ਚਿਰ ਹੀ ਸੁਖ ਪ੍ਰਾਪਤ ਹੈ, ਉਹਦੇ ਬਾਅਦ ਦੁੱਖ ਹੁੰਦਾ ਹੈ। ਪਰ ਪ੍ਰਭੂ ਦਾ ਸਿਮਰਨ ਕਰਨ ਦੇ ਬਾਅਦ ਵੀ ਉਸ ਦਾ ਉਹੋ ਜਿਹਾ ਹੀ ਆਨੰਦ ਬਣਿਆ ਰਹਿੰਦਾ ਹੈ। ਇਸ ਵਾਸਤੇ ਬੜੇ ਬੜੇ ਵਿਲਾਸੀ ਲੋਕਾਂ ਨੇ, ਭੋਗੀ ਲੋਕਾਂ ਨੇ ਜਦੋਂ ਭੋਗਾਂ ਵਿੱਚੋਂ ਸदैवी ਆਨੰਦ ਨਾ ਡਿਠਾ ਤਾਂ ਫਿਰ ਮੋਢਾ ਮੋੜ ਕੇ ਪ੍ਰਭੂ ਦੇ ਸਿਮਰਨ ਵਾਲੇ ਬੰਨੇ ਲੱਗੇ, ਤਾਂ ਪ੍ਰਭੂ ਦੇ ਸਿਮਰਨ ਵਿੱਚੋਂ ਸदैवी ਆਨੰਦ ਪਾਇਆ। ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ। ਜਿਹੜੇ ਜਿਹੜੇ ਪ੍ਰਾਣੀ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਪ੍ਰਭੂ ਦੇ ਨੇੜੇ ਵਸਦੇ ਹਨ, ਭਾਵ ਲਾਗੇ ਰਹਿੰਦੇ ਹਨ। ਸੰਤ ਕਿਰਪਾ ਤੇ ਅਨ ਦਿਨ ਜਾਗ। ਹੇ ਜੀਵ, ਸੰਤਾਂ ਦੀ ਮਿਹਰ ਨਾਲ ਤੂੰ ਮੋਹ ਦੀ ਨੀਂਦ ਤੋਂ ਛੁਟਕਾਰਾ ਪਾ ਕੇ ਹੁਸ਼ਿਆਰ ਹੋ ਕੇ ਪ੍ਰਭੂ ਦੇ ਸਿਮਰਨ ਵਿੱਚ ਲੱਗ। ਅਜੇ ਤੇ ਸਾਡੀ ਆ ਦੂਜੀ ਨੀਂਦ ਹੀ ਗਲੋਂ ਨਹੀਂ ਲੈਂਦੀ। ਮੋਹ ਦੀ ਨੀਂਦ ਨੂੰ ਨਾਸ ਕਰਨਾ ਤੇ ਹੋਰ ਅਗਾਂਹ ਦੀ ਗੱਲ ਹੈ। ਪਰ ਪ੍ਰਭੂ ਦੇ ਸਿਮਰਨ ਵਿੱਚ ਇਹ ਬਰਕਤ ਹੈ ਕਿ ਜਿਸ ਮਨੁੱਖ ਨੂੰ ਬਹੁਤੀ ਨੀਂਦ ਆਉਂਦੀ ਹੈ ਉਹ ਵੀ ਦੂਰ ਹੋ ਜਾਂਦੀ ਹੈ। ਮੋਹ ਮਮਤਾ ਦੀ ਨੀਂਦ ਤੋਂ ਹੁਸ਼ਿਆਰ ਹੋ ਜਾਂਦਾ ਹੈ, ਰਾਤ ਦਿਨ ਨਿਰੰਤਰ ਜਾਗਦਾ ਹੈ। ਨਾਨਕ ਸਿਮਰਨ ਪੂਰਾ ਭਾਗ। ਜਿਸ ਦੇ ਭਾਗ ਚੰਗੇ ਹੋਣ, ਜਿਹਦੀ ਕਿਸਮਤ ਵੱਲ ਹੋਵੇ, ਉਹ ਸਿਮਰਨ ਵਿੱਚ ਲੱਗਦਾ। ਪੂਰੇ ਭਾਗਾਂ ਨਾਲ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਪ੍ਰਭ ਕਾ ਸਿਮਰਨ ਕਾਰਜ ਪੂਰੇ। ਪ੍ਰਭੂ ਦਾ ਸਿਮਰਨ ਕਰਨ ਨਾਲ ਕੋਈ ਵੀ ਐਸਾ ਕੰਮ ਨਹੀਂ ਜਿਹੜਾ ਅਧੂਰਾ ਰਹਿ ਜਾਵੇ, ਸਾਰੇ ਪੂਰੇ ਹੋ ਜਾਂਦੇ ਹਨ। ਪ੍ਰਭ ਕਾ ਸਿਮਰਨ ਕਬਹੂ ਨਾ ਝੂਰੇ।
ਮਨੁੱਖ ਨੂੰ ਵਾਰ-ਵਾਰ ਝੁਰਨਾ ਨਹੀਂ ਪੈਂਦਾ। ਪ੍ਰਭੂ ਦੇ ਸਿਮਰਨ ਵਿੱਚ ਲੱਗ ਕਰਕੇ ਸदैवी ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਪ੍ਰਭ ਕਾ ਸਿਮਰਨ ਹਾਰੇ ਗੁਣ ਬਾਨੀ। ਪ੍ਰਭੂ ਦਾ ਸਿਮਰਨ ਕਰਨ ਨਾਲ ਬਾਣੀ ਮਿੱਠੀ ਰਸੀਲੀ ਹੋ ਜਾਂਦੀ ਹੈ। ਪਰਮਾਤਮਾ ਦੇ ਗੁਣਾਂ ਦੇ ਗੈਨ ਕਰਨ ਵਾਲੀ ਹੋ ਜਾਂਦੀ ਹੈ। ਸਿਮਰਨ ਕਰਨ ਨਾਲ ਕਈ ਕਲਾ ਆ ਜਾਂਦੀਆਂ ਹਨ। ਪ੍ਰਭ ਕਾ ਸਿਮਰਨ ਸਹਿਜ ਸਮਾਨੀ। ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਦੀ ਬੁੱਧ ਸਹਿਜ ਪਦ ਵਿੱਚ ਸਮਾ ਜਾਂਦੀ ਹੈ। ਆਤਮਿਕ ਅਡੋਲਤਾ ਪ੍ਰਾਪਤ ਹੁੰਦੀ ਹੈ। ਸदैवी ਟਿਕਾ ਮਿਲ ਜਾਂਦਾ ਹੈ। ਤੁਰਿਆ ਅਵਸਥਾ ਦਾ ਅਭਿਮਾਨੀ ਬਣ ਜਾਂਦਾ ਹੈ। ਪ੍ਰਭ ਕਾ ਸਿਮਰਨ ਨਿਹਚਲ ਆਸਨ। ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਦਾ ਆਸਣ ਅਸਥਿਰ ਹੋ ਜਾਂਦਾ ਹੈ, ਨਿਰਹਲ ਹੋ ਜਾਂਦਾ ਹੈ। ਫਿਰ ਉਸ ਦਾ ਕੋਈ ਆਸਣ ਚੁੱਕ ਨਹੀਂ ਸਕਦਾ। ਪ੍ਰਭੂ ਦੇ ਸਿਮਰਨ ਨਾਲ ਜੀਵ ਦਾ ਆਸਣ ਭਾਵ ਜਿਵੇਂ ਜੋਗੀ ਆਸਣ ਲਾ ਕੇ ਸਮਾਧੀ ਵਿੱਚ ਟਿਕ ਕੇ ਬੈਠਦੇ ਹਨ, ਤਿਵੇਂ ਸਵੈ ਸਰੂਪ ਦੇ ਅੰਦਰ ਹੀ ਆਪਣਾ ਆਸਣ ਜਮਾ ਕੇ ਬਹਿ ਜਾਂਦਾ ਹੈ। ਪ੍ਰਭ ਕਾ ਸਿਮਰਨ ਕਮਲ ਬਿਗਾਸਨ। ਸਿਮਰਨ ਦੀ ਬਰਕਤ ਨਾਲ, ਪ੍ਰਭੂ ਦਾ ਸਿਮਰਨ ਕਰਨ ਨਾਲ ਹਿਰਦੇ ਦਾ ਕਵਲ ਜਿਹੜਾ ਹੈ ਉਹ ਵਿਗਾਸ ਖੇੜੇ ਵਿੱਚ ਆ ਜਾਂਦਾ ਹੈ। ਬਗਾਸਨ ਹਿਰਦੇ ਦੇ ਕੌਲ ਖਿੜ ਜਾਂਦੇ ਹਨ। ਜਿਹੜਾ ਸਹੰਸਰ ਦਲ ਕਵਲ ਹੈ ਉਹ ਮੁੰਦਿਆ ਹੋਇਆ ਹੈ, ਮਿਟਿਆ ਹੋਇਆ ਹੈ, ਪੁੱਠਾ ਹੈ, ਉਹ ਸਿੱਧਾ ਹੋ ਕੇ ਖਿੜ ਜਾਂਦਾ ਹੈ। ਭਾਵ ਜੀਵ ਨੂੰ ਅਗੰਮੀ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਪ੍ਰਭ ਕਾ ਸਿਮਰਨ ਅਨਹਦ ਝੁਨਕਾਰ। ਜਦੋਂ ਹਿਰਦੇ ਦਾ ਕਵਲ ਖਿੜਦਾ ਹੈ ਤਾਂ ਫਿਰ ਇੱਕ ਰਸ ਅਨਾਹਦ ਵਾਜੇ ਦਸਮ ਦਵਾਰ ਵਿੱਚ ਵੱਜਦੇ ਹਨ। ਪ੍ਰਭ ਕੇ ਸਿਮਰਨ ਅਨਹਦ ਝੁਨਕਾਰ। ਅਨਾਹਦ ਸ਼ਬਦਾਂ ਦੀ ਝੁਨਕਾਰ ਗੁੰਜਾਰ ਪੈਣ ਲੱਗ ਪੈਂਦੀ ਹੈ। ਸੋਹ ਅੰਤੋ ਨਾ ਪਾਰ। ਕਿੰਨਾ ਕੁ ਸੁਖ ਹੁੰਦਾ ਹੈ ਉੱਥੇ ਜਾ ਕੇ। ਉੱਥੇ ਜਾ ਕੇ ਜਿਹੜਾ ਸੁਖ ਹੁੰਦਾ ਉੱਥੇ ਗਿਆ ਹੀ ਪਤਾ ਲੱਗ ਸਕਦਾ, ਦੱਸਿਆ ਨਹੀਂ ਜਾ ਸਕਦਾ। ਸੁਖ ਪ੍ਰਭ ਸਿਮਰਨ ਕਾ। ਪ੍ਰਭੂ ਦੇ ਸਿਮਰਨ ਦਾ ਜਿਹੜਾ ਸੁਖ ਹੈ ਉਸ ਦਾ ਗੁਰਦੇਵ ਦੱਸਦੇ ਹਨ। ਅੰਤੋ ਨਾ ਪਾਰ। ਉਸ ਦਾ ਨਾ ਅੰਤ ਹੈ, ਨਾ ਪਾਰ ਹੈ, ਨਾ ਉਰਾਰ ਹੈ। ਭਾਵ ਉਹਦਾ ਪਾਰਾਵਾਰ ਹੀ ਨਹੀਂ ਪਾਇਆ ਜਾਂਦਾ, ਉਹਦਾ ਆਦਿ ਅੰਤ ਨਹੀਂ ਲੱਭਦਾ। ਸਿਮਰ ਹੈ ਸੇ ਜਨ ਜਿਨ ਕਉ ਪ੍ਰਭ ਮਇਆ। ਸਿਮਰਨ ਉਹ ਕਰਦੇ ਹਨ ਜਿਨ੍ਹਾਂ ਉੱਤੇ ਨਿਰੰਕਾਰ ਅਕਾਲ ਪੁਰਖ ਦੀ ਮਾਇਆ ਕਿਰਪਾ ਹੁੰਦੀ ਹੈ। ਭਾਵ ਜਿਹੜੇ ਜਿਹੜੇ ਸਿਮਰਨ ਕਰ ਰਹੇ ਨੇ ਉਹਨਾਂ ਤੇ ਨਿਰੰਕਾਰ ਦੀ ਕਿਰਪਾ ਹੈ। ਉਹਨਾਂ ਨੂੰ ਪ੍ਰਮਾਤਮਾ ਦਾ ਧੰਨਵਾਦ ਅਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ। ਜਿਹੜੇ ਜਿਹੜੇ ਪ੍ਰਭੂ ਦਾ ਧੰਨਵਾਦ ਸ਼ੁਕਰਾਨਾ ਕਰਦੇ ਹਨ ਉਸ ਦਾ ਫਲ ਇਹ ਹੀ ਹੈ ਕਿ ਉਹ ਸਿਮਰਨ ਵਿੱਚ ਲੱਗ ਜਾਂਦੇ ਹਨ। ਨਾਨਕ ਤੇ ਨਾ ਜਨ ਸਰਨੀ ਪਿਆ। ਐਸੇ ਸੰਤ ਭਗਤ ਜਨਾਂ ਦੀ ਸ਼ਰਨ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਅਸੀਂ ਪਏ ਹਾਂ, ਤੁਹਾਨੂੰ ਵੀ ਪੈਣਾ ਚਾਹੀਦਾ ਹੈ। ਹਰ ਸਿਮਰਨ ਕਾਰੇ ਭਗਤ ਪ੍ਰਗਟਾਏ। ਹਰੀ ਨੇ ਆਪਣਾ ਸਿਮਰਨ ਕਰਾਉਣ ਵਾਸਤੇ ਭਗਤਾਂ ਨੂੰ ਪੈਦਾ ਕੀਤਾ ਹੈ। ਹਰ ਸਿਮਰਨ ਕਰ। ਹਰੀ ਦਾ ਸਿਮਰਨ ਕਰਕੇ ਭਗਤ ਪੈਦਾ ਹੋਏ ਹਨ। ਜਿਹਦੇ ਪਿਓ ਦਾਦੇ ਪੜਦਾਦੇ ਨੇ ਸਿਮਰਨ ਕੀਤਾ ਉਹਦੀ ਕੁਲ ਵਿੱਚ ਕੋਈ ਨਾ ਕੋਈ ਭਗਤ ਜੰਮ ਪਿਆ। ਪਰਮਾਤਮਾ ਨੇ ਆਪਣੀ ਭਗਤੀ ਕਰਾਉਣ ਵਾਸਤੇ ਭਗਤਾਂ ਨੂੰ ਜਨਮ ਦਿੱਤਾ ਹੈ। ਹਾਰੇ ਸਿਮਰਨ ਕਾਰੇ ਭਗਤ ਪ੍ਰਗਟਾਏ। ਹਰੀ ਦਾ ਸਿਮਰਨ ਕਰਨ ਕਰਕੇ ਜਿਹੜੇ ਭਗਤ ਭਗਤੀ ਕਰਦੇ ਸਨ
ਉਹਨਾਂ ਭਗਤਾਂ ਨੂੰ ਨਿਰੰਕਾਰ ਨੇ ਸਾਰੀ ਦੁਨੀਆ ਵਿੱਚ ਪ੍ਰਗਟ ਕਰ ਦਿੱਤਾ ਹੈ, ਮਸ਼ਹੂਰ ਕਰ ਦਿੱਤਾ ਹੈ। ਰਵਿਦਾਸ ਚਿਮਿਆਰ ਨੂੰ ਕੌਣ ਜਾਣਦਾ ਸੀ, ਪਰ ਜਦੋਂ ਸਿਮਰਨ ਕਰਨ ਲੱਗ ਪਿਆ ਤਾਂ ਸਾਰਾ ਸੰਸਾਰ ਤੇ ਕਰੇ ਵਿਪਰ ਡੰਡੌਤ। ਜਿਹੜੇ ਵੱਡੇ ਵੱਡੇ ਬ੍ਰਾਹਮਣ ਉੱਚ ਕੋਟੀ ਦੇ ਸੀ ਉਹਨਾਂ ਨੂੰ ਨਮਸਕਾਰ ਕਰਨੀ ਪਈ, ਟੇਕਣਾ ਪਿਆ। ਇਸ ਵਾਸਤੇ ਦੇਖੋ ਜਾਤ ਤਾਂ ਕੁਝ ਵੀ ਨਹੀਂ, ਪਰ ਭਗਤੀ ਦੇ ਪ੍ਰਤਾਪ ਕਰਕੇ ਸਾਰਿਆਂ ਦੇ ਸ਼੍ਰੋਮਣੀ ਪੂਜਨੀਕ ਹੋ ਗਏ ਹਨ। ਜਿੰਨੇ ਵੀ ਭਗਤਾਂ ਨੇ ਭਗਤੀ ਕੀਤੀ ਸਾਰਿਆਂ ਨੂੰ ਪ੍ਰਭੂ ਨੇ ਸਾਰੇ ਜਗਤ ਵਿੱਚ ਪ੍ਰਗਟ ਕਰ ਦਿੱਤਾ ਹੈ, ਚਵਾਂ ਯੁੱਗਾਂ ਵਿੱਚ ਪ੍ਰਗਟ ਕਰ ਦਿੱਤਾ ਹੈ। ਭਗਤ ਭਗਤ ਦਰ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਹਾਰੇ ਲਾਗੇ ਬੇਦਾ ਉਪਾਏ। ਹਰੀ ਨੇ ਸਿਮਰਨ ਦੀ ਬਰਕਤ ਨਾਲ ਐਸੀ ਸ਼ਕਤੀ ਭਰ ਦਿੱਤੀ ਬ੍ਰਹਮਾ ਵਿੱਚ ਕਿ ਉਸ ਨੇ 4 ਵੇਦ ਲਿਖ ਦਿੱਤੇ। ਸਿਮਰਨ ਦੇ ਬਲ ਕਰਕੇ ਬ੍ਰਹਮਾ ਨੇ 4 ਵੇਦ ਬਣਾ ਦਿੱਤੇ ਹਨ। ਜਾਂ ਇਹਦਾ ਅਰਥ ਕਰੋ, ਹਰ ਸਿਮਰਨ ਲਗ ਵੇਦ ਉਪਾਏ। ਹਰੀ ਦੇ ਸਿਮਰਨ ਵਿੱਚ ਲੱਗਣ ਵਾਸਤੇ ਪ੍ਰਮਾਤਮਾ ਨੇ ਵੇਦ ਰਚੇ ਹਨ ਕਿ ਲੋਕ ਵੇਦਾਂ ਨੂੰ ਪੜ੍ਹ ਪੜ੍ਹ ਕੇ ਸਿਮਰਨ ਕਰਨ। ਵੇਦਾਂ ਮੈਂ ਨਾਮੇ ਉੱਤਮ, ਸੋ ਸੁਣਹਿ ਨਾਹੀ, ਫਿਰਹਿ ਜਿਉ ਬੇਤਾਲਿਆ। ਬ੍ਰਹਮਾ ਜੀ ਵੇਦ ਇਸ ਵਾਸਤੇ ਵਿਚਾਰਦੇ ਹਨ ਕਿ ਸਿਮਰਨ ਵਿੱਚੋਂ ਟੁੱਟ ਗਏ ਨਾ। ਬ੍ਰਹਮਾ ਨੇ ਵੇਦ ਇਸ ਵਾਸਤੇ ਲਿਖੇ ਹਨ ਕਿ ਜਗਤ ਦੇ ਜੀਵ ਸਿਮਰਨ ਭਜਨ ਵਿੱਚ ਲੱਗ ਜਾਣ। ਬ੍ਰਹਮਾ ਨੂੰ 4 ਵੇਦ ਇੱਕ ਥਾਂ ਲਿਖਿਆ ਪ੍ਰਮਾਤਮਾ ਨੇ ਦਿੱਤੇ ਕਿ ਪੜ੍ਹਦਾ ਰਹੋ ਤੇ ਪੜ੍ਹ ਕੇ ਲੋਕਾਂ ਨੂੰ ਧਰਮ ਦੇ ਕਰਮ ਤੇ ਤੋਰ। ਬ੍ਰਹਮਾ ਨੇ ਉਹਨਾਂ ਵੇਦਾਂ ਦੀ ਬੜੀ ਪ੍ਰਵੀਨਤਾ ਨਾਲ ਵਿਚਾਰ ਕੀਤੀ। ਪੁਰਾਣੇ ਸਮਿਆਂ ਅੰਦਰ ਵੇਦ ਦਾ ਅਰਥ ਹੁੰਦਾ ਸੀ ਉਪਨਿਸ਼ਦਾਂ ਦੇ ਸੰਯੁਕਤ, ਭਾਵ ਜਿੰਨੀਆਂ ਉਪਨਿਸ਼ਦਾਂ ਲਿਖੀਆਂ ਗਈਆਂ ਹਨ 108 ਉਪਨਿਸ਼ਦਾਂ ਦੇ ਅੰਦਰ ਸਿਮਰਨ ਕਰਨ ਦੀ ਹੀ ਮੁੱਖ ਮਹਿਮਾ ਹੈ। ਪਰ ਪ੍ਰਕਰਨ ਇੰਨੇ ਗੁੰਝਲਦਾਰ ਆ ਜਾਂਦੇ ਹਨ ਕਿ ਲਕਸ਼ ਭਾਵ ਤੋਂ ਜੀਵ ਖੁੰਝ ਜਾਂਦਾ ਤੇ ਹੋਰ ਕਰਮਾਂ ਭਰਮਾਂ ਵਿੱਚ ਫਸ ਜਾਂਦਾ ਹੈ। 4 ਵੇਦ ਅਤੇ ਸਮੂਹ ਉਪਨਿਸ਼ਦਾਂ ਪਰਮਾਤਮਾ ਦੇ ਸਿਮਰਨ ਵਿੱਚ ਲੱਗਣ ਵਾਸਤੇ ਬਣਾਈਆਂ ਹਨ। ਹਾਰੇ ਸਿਮਰਨ ਭਏ ਸਿੱਧਾ ਜਤੀ ਦਾਤੇ। ਹਰੀ ਦਾ ਸਿਮਰਨ ਕਰਨ ਵਾਸਤੇ ਹੀ ਜਤੀ ਸਤੀ ਦਾਨੀ ਪੈਦਾ ਕੀਤੇ ਹਨ। ਹਰੀ ਦੇ ਸਿਮਰਨ ਵਿੱਚ ਭਾਈ ਤੁਸੀਂ ਵੀ ਲੱਗੋ। ਇਸ ਵਾਸਤੇ ਹਰੀ ਨੇ ਤੁਹਾਡੇ ਵਾਸਤੇ ਵੇਦ ਦਾ ਅਰਥ ਹੈ ਧਾਰਮਿਕ ਗ੍ਰੰਥ, ਧਰਮ ਪੁਸਤਕਾਂ ਬਣਾਈਆਂ ਹਨ। ਵੈਸੇ 13 ਅਰਥ ਇਸ ਤੁਕ ਦੇ ਪਰਿਆ ਵਿੱਚ ਲਿਖੇ ਹਨ ਤੇ ਉਹਨਾਂ ਨੂੰ ਹੋਰ ਵਧਾ ਲਿਆ ਜਾਵੇ ਤਾਂ ਅਰਥ ਕਰੀਬਨ 40-45 ਤਾਂ ਉਹ ਬਣਦੇ ਹਨ ਜਿਨ੍ਹਾਂ ਤੇ ਕਿਸੇ ਦੀ ਟੀਕਾ ਟਿੱਪਣੀ ਨਹੀਂ ਹੋ ਸਕਦੀ। ਜੇ ਖਿੱਚ ਧੂ ਕੇ ਲਾਵਾਂਗੇ ਤੇ 100 ਤੱਕ ਇਸ ਤੁਕ ਦੇ ਅਰਥ ਪਹੁੰਚ ਜਾਂਦੇ ਹਨ। ਹਰ ਸਿਮਰਨ ਲਗ ਬੇਦ ਉਪਾਏ, ਭਾਵ ਕਈ ਦਿਨ ਇਸੇ ਤੁਕ ਦੀ ਕਥਾ ਹੋ ਸਕਦੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਹਰ ਸਿਮਰਨ ਭਏ ਸਿੱਧਾ ਜਤੀ ਦਾਤੇ। ਹਰੀ ਦਾ ਸਿਮਰਨ ਕਰਕੇ ਹੀ ਤਾਂ ਸਿੱਧ ਬਣੇ ਹਨ। ਹਰੀ ਦੇ ਸਿਮਰਨ ਦੇ ਬਲ ਕਰਕੇ ਹੀ ਸ਼ਕਤੀ ਆ ਗਈ ਕਿ ਮੈਂ ਜਤ ਰੱਖਣਾ ਹੈ। ਲਕਸ਼ਮਣ ਦੇ ਅੰਦਰ ਇਹ ਸਾਹਸ ਆਇਆ ਕਿ ਭਰਾਤਾ ਜੀ ਹੁਣ 12 ਵਰਿਆਂ ਤੱਕ ਮੈਂ ਭੋਗ ਨਹੀਂ ਕਰਾਂਗਾ, ਜਤ ਰੱਖਾਂਗਾ। 12 ਵਰੇ ਤੱਕ ਲਕਸ਼ਮਣ ਨੇ ਜਤ ਰੱਖਿਆ ਤਾਂ ਜਤੀ ਅਖਵਾਇਆ। ਵੈਸੇ ਲਕਸ਼ਮਣ ਦਾ ਵਿਆਹ ਹੋਇਆ ਹੈ, ਇਸ ਦੇ ਪੁੱਤਰ ਹਨ, ਇਹਦੀ ਸੰਤਾਨ ਚੱਲਦੀ ਹੈ। ਪਰ 12 ਵਰੇ ਜਿਹੜਾ ਨਿਯਮ ਰੱਖਿਆ ਸੀ ਉਹ ਪੂਰਾ ਕਰ ਲੈਣ ਦੇ ਫਲ ਸਰੂਪ ਇਹ 6 ਜਤੀਆਂ ਵਿੱਚ ਗਿਣਿਆ ਗਿਆ।
ਜਿਵੇਂ ਕੋਈ ਸਾਧੂ ਥੋੜਾ ਚਿਰ ਮੌਨ ਰੱਖਦਾ ਹੈ ਤੇ ਉਸ ਨੂੰ ਲੋਕ ਮੋਨੀ ਮੋਨੀ ਕਹਿੰਦੇ ਹਨ, ਬਾਅਦ ਵਿੱਚ ਭਾਵੇਂ ਬੋਲਣ ਵੀ ਲੱਗ ਪਵੇ। ਹਰੀ ਦਾ ਸਿਮਰਨ ਕਰਨ ਵਾਸਤੇ ਸਿੱਧ ਬਣਾਏ ਹਨ, ਜਤੀ ਬਣੇ ਹਨ ਤੇ ਦਾਤੇ ਜਿਹੜੇ ਬੜਾ ਭਾਰੀ ਦਾਨ ਕਰਨ ਵਾਲੇ ਹਨ। ਸਿਮਰਨ ਦੀ ਬਰਕਤ ਨਾਲ ਸਿੱਧੀਆਂ ਆ ਗਈਆਂ, ਰਿੱਧੀਆਂ ਆ ਗਈਆਂ, ਜਤ ਆ ਗਿਆ, ਦਾਨ ਵਾਲਾ ਸੁਭਾਅ ਆ ਗਿਆ। ਹਾਰ ਸਿਮਰਨਾ ਨੀਚਾ ਚੌਹ ਕੁੰਟ ਜਾਤੇ। ਹਰੀ ਦੇ ਸਿਮਰਨ ਦੀ ਬਰਕਤ ਨਾਲ ਜਿਹੜੇ ਨੀਚ ਕੁਲਾਂ ਵਾਲੇ ਸਨ, ਉਹ ਚਾਰ